ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਜਤਿੰਦਰ ਖਹਿਰਾ। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਸੋ ਖਹਿਰਾ ਸਾਹਿਬ, ਕੁਝ ਨਵੀਂ ਤਾਜ਼ੀ ਕੋਈ ਹਾਲ ਸੁਣਾਓ ਸਾਨੂੰ ਵੀ, ਪੰਜਾਬ ਦਾ ਕੀ ਹੋ ਰਿਹਾ? ਪੰਜਾਬ ਦੇ ਹਾਲਾਤ ਤੁਹਾਨੂੰ ਪਤਾ ਹੀ ਹੈ ਕਿ ਕੀ ਹੈ। ਅੱਜ ਪਹਿਲਾਂ ਤਾਂ ਦੁਸਹਿਰਾ ਆ, ਤਿਉਹਾਰ ਵਾਲਾ ਮੌਸਮ ਆ। ਮੈਂ ਜਦੋਂ ਆਉਣ ਡਿਆ ਸੀਗਾ ਤੇ ਇੱਧਰ ਮੈਂ ਵੀ ਵੇਖਿਆ ਵੀ ਜਲੇਬੀਆਂ ਸਾਰਾ ਕੁਝ ਲੱਗਾ ਹੋਇਆ ਤੇ ਬਚਦਾ ਬਚਾਉਂਦਾ ਆਇਆ। ਮੈਂ ਵੈਸੇ ਮਿੱਠੇ ਦਾ ਬਹੁਤ ਸ਼ੌਕੀਨ ਆ ਤੇ ਮੈਂ ਕਿਉਂਕਿ ਬਿਮਾਰ ਹਾਂ ਕੱਲ੍ਹ ਦਾ, ਤੁਸੀਂ ਮੈਨੂੰ ਸੀਗਾ ਵੀ ਅੱਜ ਨਹੀਂ, ਅੱਜ ਥੋੜ੍ਹਾ ਜਿਹਾ ਆਪਣੇ ਆਪ ਨੂੰ ਵੀ ਮੈਂ ਰੋਕਿਆ ਵੀ ਨਹੀਂ। ਮੈਂ ਤੁਹਾਨੂੰ ਜਲੇਬੀਆਂ ਤੋਂ ਗੱਲ ਦੱਸਣਾ ਕਿ ਬਲਕਾਰ ਸਾਹਿਬ ਨਾਲ ਮੈਂ ਪ੍ਰੋਗਰਾਮ ਕਰ ਚੁੱਕਾ। ਮੈਨੂੰ ਕਹਿੰਦੇ ਦੇਸੀ ਘਿਓ ਦੀਆਂ ਜਲੇਬੀਆਂ ਖਾਓ, ਦੁੱਧ 'ਚ ਪਾ ਕੇ, ਤੁਹਾਡੀ ਤਬੀਅਤ ਦਰੁਸਤ ਹੋ ਜਾਏਗੀ, ਜਿਹੜਾ ਗਲਾ ਬੈਠਿਆ ਹੋਇਆ ਉਹ ਵੀ ਠੀਕ ਹੋ ਜਾਏਗਾ, ਅਤੇ ਜੇ ਕੋਈ ਬੁਖਾਰ ਚੜਿਆ ਹੋਵੇ ਉਹ ਵੀ ਠੀਕ ਹੋ ਜਾਂਦਾ। ਕਹਿੰਦੇ ਪੁਰਾਣੇ ਟਾਈਮ ਦੇ ਵਿੱਚ ਹਕੀਮ ਇੱਦਾਂ ਦੀ ਨੁਸਖੇ ਦੱਸਦੇ ਹੁੰਦੇ ਸੀ। ਵੈਸੇ ਫੈਕਚੁਅਲ ਆ ਵੀ ਤੁਸੀਂ ਜਦੋਂ ਦੁੱਧ ਦੇ ਵਿੱਚ ਕਈ ਕਹਿੰਦੇ ਨਾ ਵੀ ਛੁੜਕਾ ਬਣਾ ਕੇ ਪੀ ਲਓ, ਸੇਵੀਆਂ ਖਾ ਲਓ, ਦੇਸੀ ਘੀ ਦੀਆਂ ਜਲੇਬੀਆਂ ਦੁੱਧ 'ਚ ਪਾ ਕੇ ਖਾ ਲਓ ਜਾਂ ਦੁੱਧ ਦੇ ਨਾਲ ਖਾ ਲਓ। ਇਹਦੇ ਨਾਲ ਵਾਕਈ ਕਿਉਂਕਿ ਪੁਰਾਣੇ ਜ਼ਮਾਨੇ 'ਚ ਇਹ ਹੁੰਦਾ ਸੀਗਾ ਵੀ ਜਿਹੜੀ ਚੀਜ਼ ਦੇ ਉਲਟ ਹੁੰਦੀ ਹੈ ਨਾ ਉਹ ਉਹੀ ਕਰ ਲੈਂਦੇ ਆ। ਉੱਥੇ ਤੁਸੀਂ ਦੇਖਿਆ ਹੋਣਾ ਗਰਮੀ ਨੂੰ ਗਰਮੀ ਬਹੁਤ ਮਾਰਦੀ ਆ। ਉਹ ਗਰਮੀਆਂ ਦੇ ਵਿੱਚ ਅਕਸਰ ਉਹ ਗਰਮ ਚੀਜ਼ ਬਣਾ ਕੇ ਦਿੰਦੇ ਸੀ ਵੀ ਚਲੋ ਜਿਹੜੀ ਅੰਦਰਲੀ ਵਾਤ ਆ ਉਹ, ਕਿਉਂਕਿ ਉਹ ਤਿੰਨ ਤਰ੍ਹਾਂ ਜਿਹੜੇ ਉਹ ਆਪਾਂ ਕਹਿੰਦੇ ਹੁੰਦੇ ਨਾ ਵੀ ਉਹ ਤਿੰਨ ਜਿਹੜੇ ਹੁੰਦੇ ਮੇਨ, ਵਾਤ, ਪਿੱਤ ਤੇ ਇੱਕ ਹੋਰ ਆਉਂਦਾ ਆ ਕਫ, ਉਹ ਵਾਲੇ ਚੀਜ਼ਾਂ ਦੇ ਉੱਤੇ ਉਹ ਚੱਲਦੇ ਆ। ਤੇ ਉਹਨਾਂ ਨੂੰ ਲੱਗਦਾ ਕਿ ਆਹ ਮੌਸਮ ਜਦੋਂ ਬਦਲਦਾ ਤੇ ਤੁਹਾਡੇ ਅੰਦਰ ਕਫ ਹੋ ਜਾਂਦਾ ਆ, ਤੇ ਕਫ ਜਦੋਂ ਹੋ ਜਾਂਦਾ ਤੇ ਦੇਸੀ ਘੀ ਬਹੁਤ ਵਧੀਆ ਚੀਜ਼ ਆ ਉਹਦੇ ਲਈ। ਤੇ ਦੇਸੀ ਘੀ 'ਚ ਦੁੱਧ ਪਿਆ ਹੋਵੇ ਤੇ ਉਹ ਬਹੁਤ ਚੀਜ਼ ਕਮਾਲ ਹੈ। ਤੇ ਤਲੀ ਹੋਈ ਦੇਸੀ ਘੀ 'ਚ ਜਲੇਬੀ ਖਾਓ ਤੇ ਉਹਦੇ ਨਾਲ ਬਹੁਤ ਫਰਕ ਪੈਂਦਾ। ਚਲੋ ਬਹੁਤ ਵਧੀਆ। ਫਿਲਹਾਲ ਦੇਸੀ ਖਬਰ, ਫਿਲਹਾਲ ਤੁਸੀਂ ਹੁਣ ਜਾਓਗੇ ਫਿਰ ਮੈਨੂੰ ਇਹ ਦੱਸੋ ਪਹਿਲਾਂ ਦੇਸੀ ਘਿਓ ਦੀਆਂ ਜਲੇਬੀਆਂ ਲੱਭਣੀਆਂ ਪੈਣਗੀਆਂ, ਹਾਂਜੀ, ਕਿਉਂਕਿ ਉਹ ਸ਼ਾਇਦ ਕਿਤੇ ਮਿਲਣੀਆਂ ਨਹੀਂ ਜਾਂ ਕਿਤੇ ਬਹੁਤ ਦੂਰ ਮਿਲਦੀਆਂ ਹੋਣਗੀਆਂ। ਆਪਾਂ ਕੋਈ ਹੋਰ ਨੁਸਖਾ ਅਪਣਾ ਲੈਂਦੇ ਹਾਂ, ਦੇਸੀ ਘਿਓ ਹੀ ਖਾਣਾ, ਕਿਸੇ ਹੋਰ ਤਰ੍ਹਾਂ ਖਾ ਲੈਂਦੇ ਹਾਂ। ਪਰ ਹੁਣ ਕੋਈ ਦੇਸੀ ਖਬਰ ਜਿਹੜੀ ਤੁਸੀਂ ਸੁਣਾਉਣਾ ਚਾਹੁੰਦੇ ਹੋ ਪੰਜਾਬ ਦੀ? ਦੇਖੋ, ਪੰਜਾਬ ਦੀਆਂ ਬੜੀਆਂ ਸਾਰੀਆਂ ਖਬਰਾਂ ਨੇ। ਕਹਿੰਦੇ ਨੇ ਵੀ ਘਰ ਤੋਂ ਬਾਹਰ, ਘਰ ਤੋਂ ਪੈਰ ਰੱਖਦੇ ਆ, ਘਰ ਦੇ ਵਿੱਚ ਵੜਦੇ ਆ, ਇੱਧਰ ਵੇਖਦੇ ਆ, ਉੱਧਰ ਵੇਖਦੇ ਆ, ਖਬਰਾਂ ਹੀ ਖਬਰਾਂ ਆ। ਬਿਲਕੁਲ। ਫਿਲਹਾਲ ਜਿਹੜੀ ਇੱਕ ਵੱਡੀ ਖਬਰ ਆਪਾਂ ਪੰਜਾਬ ਦੇ ਨਾਲ ਕਹਿੰਦੇ ਆ ਕਿ ਥੋੜ੍ਹੇ ਦਿਨ ਹੋ ਗਏ ਵੀ ਉਹ ਪੰਜਾਬ ਦੇ ਵਿੱਚ ਬੜੀ ਖਬਰ ਚੱਲਣ ਰਹੀ ਆ, ਉਹ ਖਬਰ ਹੈਗੀ ਆ ਦੀਪਕ ਟਿੰਨੂ ਦੀ, ਕਿ ਦੀਪਕ ਟਿੰਨੂ ਕਿੱਦਾਂ ਗਾਇਬ ਹੋ ਗਿਆ। CAI ਗੋਇੰਦਵਾਲ ਜੇਲ੍ਹ 'ਚ ਸੀਗਾ, ਉੱਥੇ ਉਹਨੂੰ ਮਾਨਸਾ ਲਿਆਂਦਾ। ਫਿਰ ਹੁਣ ਐਡੀਆਂ ਵੱਡੀਆਂ ਜਿਹੜੀਆਂ ਆਪਾਂ ਕਹਿ ਲਈਏ ਕਿ ਖੁਲਾਸੇ ਹੋਣ ਡੇ। ਆਪਾਂ ਕੱਲ੍ਹ ਵੀ ਗੱਲ ਕਰਦੇ ਸੀਗੇ ਵੀ ਪ੍ਰਿਤਪਾਲ ਸਿੰਘ ਜੀ ਜਿਹਨਾਂ ਜਿਹੜੇ ਕਿ ਉੱਥੇ ਸਬ ਇੰਸਪੈਕਟਰ ਨੇ CAI ਸਟਾਫ ਦੇ, ਉਹਨਾਂ ਦਾ ਰਿਮਾਂਡ ਵੀ ਲਿਆ ਹੋਇਆ 5 ਦਿਨਾਂ ਦਾ। ਅੱਜ ਤਾਂ ਮੈਨੂੰ ਲੱਗਦਾ 2 ਦਿਨ ਉਹਨਾਂ ਦੇ ਰਿਮਾਂਡ ਨੂੰ ਵੀ ਹੋ ਗਏ ਆ। ਹੁਣ ਇਹ ਚੀਜ਼ਾਂ ਕਿੱਦਾਂ ਨਿਕਲ ਕੇ ਆ ਰਹੀਆਂ ਨੇ? ਉਹ ਕਹਿੰਦੇ ਜੀ ਵੀ ਪ੍ਰਿਤਪਾਲ ਜਿਹੜੇ ਸੀਗੇ, ਮੈਂ ਉਦੋਂ ਵੀ ਦੱਸਿਆ ਸੀ ਵੀ ਆਪਣੇ ਰਿਹਾਇਸ਼ ਦੇ ਉੱਤੇ ਲੈ ਕੇ ਜਾਂਦੇ ਸੀਗੇ ਤੇ ਇਸ ਦੀਪਕ ਨੂੰ ਉਹਨਾਂ ਦੀ ਜਿਹੜੀ ਮਸ਼ੂਕਾ ਆ ਜਾਂ ਕੁਝ ਵੀ ਆ ਉਹਦੇ ਨਾਲ ਉਹਦੀ ਮਿਲਣੀ ਕਰਾਉਂਦੇ ਸੀਗੇ। ਤੇ ਜਿੱਦਣ ਹੁਣ ਲੈ ਕੇ ਗਏ ਆ ਤੇ ਉਹ ਕਹਿੰਦੇ ਜੀ ਵੀ ਉਹ ਉਧਰੋਂ ਫਰਾਰ ਹੋ ਗਿਆ। ਹੁਣ ਐਡੀਆਂ ਵੱਡੀਆਂ ਦੇਖੋ ਗੱਲਾਂ ਹੋਣੀਆਂ, ਐਡਾ ਵੱਡਾ ਆਪਣੇ ਆਪ ਦੇ ਵਿੱਚ ਸਭ ਕੁਝ ਨਿਕਲਣਾ। ਉਧਰ ਪ੍ਰਿਤਪਾਲ ਸਿੰਘ ਹੁਣੀ ਕੋਆਪਰੇਟ ਨਹੀਂ ਕਰਦੇ। ਉਹ ਗੱਲ ਹੀ ਨਹੀਂ ਕੋਈ ਕਰਦੇ ਹੈਗੇ, ਉਹ ਬੋਲਦੇ ਨਹੀਂ। ਇੱਕ ਚੀਜ਼ ਤੁਸੀਂ ਛੱਡ ਗਏ ਹੋ, ਉਹ ਜਿਹੜੀ ਉਹਨਾਂ ਦੀ ਲਵਰ ਸੀਗੀ ਨਾ ਟੀਨੂ ਦੀ, ਉਹਦੇ ਅਕਾਊਂਟ 'ਚ ਪੈਸੇ ਵੀ ਪਾਉਂਦੇ ਰਹੇ ਨੇ। ਹਾਂ, ਉਹਦੇ ਅਕਾਊਂਟ 'ਚ ਵੀ ਪੈਸੇ ਪਾਉਂਦੇ ਰਹੇ ਨੇ। ਫਿਰ ਪਹਿਲਾਂ ਤਾਂ ਖਬਰ ਇਹ ਉੱਡਦੀ ਸੀ ਵੀ ਕਿ ਉਹ ਪੰਜਾਬ ਪੁਲਿਸ ਦੀ ਵੀ ਹੋ ਸਕਦੀ ਹੈ, ਸਬ ਇੰਸਪੈਕਟਰ ਜਾਂ ਕੁਝ ਹੋ ਸਕਦਾ, ਜਾਂ ਕੁਝ ਵੀ ਹੋ ਸਕਦਾ ਉਹਦੇ ਨਾਲ ਉਹਦਾ ਵਸਤਾ ਹੋਵੇ। ਪਰ ਹੁਣ ਇਹ ਤੁਸੀਂ ਦੇਖੋ ਵੀ ਆਪਾਂ ਬੜੀਆਂ ਗੱਲਾਂ ਕਰਦੇ ਹਾਂ, ਆਪਾਂ ਡਰੱਗ ਦੀ ਗੱਲ ਕਰਦੇ ਹਾਂ, ਆਪਾਂ ਕਹਿੰਦੇ ਹਾਂ ਵੀ ਪੰਜਾਬ ਦੇ ਵਿੱਚ ਆਹ ਨਹੀਂ ਹੋਣਾ ਚਾਹੀਦਾ, ਫਲਾਨੀ ਚੀਜ਼ ਨਹੀਂ ਹੋਣੀ ਚਾਹੀਦੀ, ਡਰੋਨ ਬਤਾਉਂਦੇ ਆ ਪੰਜਾਬ ਦੇ ਵਿੱਚ, ਉਹਦੀ ਗੱਲ ਕਰਦੇ ਸੀਗੇ ਜੀ। ਪਰ ਇੱਥੇ ਤਾਂ ਜਦੋਂ ਕਹਿੰਦੇ ਹੁੰਦੇ ਨਾ ਵੀ ਤੁਹਾਡੀ ਜਿਹੜੀ ਵਾੜੀ ਲੱਗੀ ਹੋਈ ਆ, ਵਾੜੀ ਤੁਹਾਡੇ ਖੇਤ ਨੂੰ ਖਾਣ ਲੱਗ ਪਵੇ ਤਾਂ ਫਿਰ ਤੁਸੀਂ ਕਿਹਨੂੰ ਬਚਾ ਲਓਗੇ? ਬਿਲਕੁਲ। ਨਾਲੇ ਪ੍ਰਿਤਪਾਲ ਜੀ ਦੇ ਘਰੋਂ ਨਜਾਇਜ਼ ਅਸਲਾ ਵੀ ਮਿਲਿਆ। ਹੁਣ ਉਹ ਪੁਲਿਸ ਰਿਮਾਂਡ ਦੇ ਵਿੱਚ ਨੇ। ਸੋ 7 ਅਕਤੂਬਰ ਦੀ ਡੇਟ ਹੈਗੀ ਆ। ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਭਾਈ ਗੁਰਦਾਸ ਜੀ ਨੇ ਲਿਖਿਆ, ਕਲਯੁਗ ਦੇ ਵਿੱਚ ਉਲਟੀ ਬਾੜ ਖੇਤ ਕੋ ਖਾਏ, ਰਾਜੇ ਪਾਪ ਕਮਾਵਦੇ। ਸੋ ਸਹੀ ਗੱਲ ਹੈ ਵਾਕਈ। ਮਤਲਬ ਤੁਸੀਂ ਦੇਖੋ ਨਾ, ਜਿਹੜੇ ਹੁਣ ਸਾਡੇ ਰਖਵਾਲੇ ਆ, ਜਿਹਨੂੰ ਅਸੀਂ ਕਹਿੰਦੇ ਵੀ ਸਾਡੀ ਰਾਖੀ ਕਰਨੀ ਇਹਨਾਂ ਨੇ, ਉਹੀ ਸਾਨੂੰ ਸਾਡੇ ਮੂੰਹ ਦੇ ਉੱਤੇ ਬਹਿ ਕੇ ਖਾਣ ਡੇ ਹੋਏ ਨੇ। ਫਿਰ ਤਾਂ ਬਹੁਤ ਵੱਡੀ ਗੱਲ ਆ ਕਿ ਅਸੀਂ ਕਿੱਧਰ ਜਾਈਏ, ਕਿੱਧਰ ਨਾ ਜਾਈਏ, ਕਿਉਂ ਜਾਈਏ, ਕਿਸ ਤਰੀਕੇ ਨਾਲ ਗੱਲ ਕਰੀਏ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਆਪਸ ਦੇ ਵਿੱਚ ਇੱਕ ਆਪਾਂ ਕਹਿੰਦੇ ਤਾਣਾ ਬਾਣਾ ਬਣਿਆ ਹੋਇਆ। ਮੈਂ ਡਰੱਗ ਦੀ ਇਸ ਕਰਕੇ ਬਾਰ-ਬਾਰ ਗੱਲ ਕਰਦਾ ਹੁੰਦਾ ਵੀ ਦੇਖੋ, ਛੋਟਾ ਜਿਹਾ ਤਾਂ ਪੰਜਾਬ ਹੈਗਾ ਆ, ਐਡੀ ਪੋਪੂਲੇਸ਼ਨ ਵੀ ਨਹੀਂ ਹੈਗੀ, ਔਰ ਅਸੀਂ ਕਹਿੰਦੇ ਹਾਂ ਕਿ ਅਸੀਂ ਬਾਕੀ ਸੂਬਿਆਂ ਦੇ ਨਾਲੋਂ ਖੁਸ਼ਹਾਲ ਸੂਬਾ ਆ ਕਿਉਂਕਿ ਸਾਡੇ ਕੋਲ ਇੱਥੇ ਭਰਤੀ ਵੀ ਬਹੁਤ ਆ ਪੰਜਾਬ ਪੁਲਿਸ ਦੀ। ਬਿਲਕੁਲ ਸਹੀ ਹੈ। ਔਰ ਸਾਨੂੰ ਨਹੀਂ ਪਤਾ ਲੱਗਦਾ। ਹੁਣ ਤੁਸੀਂ ਦੇਖੋ, ਚਲੋ ਆਪਾਂ ਮੰਨ ਲੈਂਦੇ ਲੁਧਿਆਣਾ ਥੋੜ੍ਹਾ ਵੱਡਾ, ਅੰਮ੍ਰਿਤਸਰ ਥੋੜ੍ਹਾ ਵੱਡਾ ਆ, ਹੈ ਨਾ, ਜਲੰਧਰ ਕਿੱਡਾ ਵਾ। ਤੁਹਾਨੂੰ ਇੱਕ ਚੀਜ਼, ਆਪਾਂ ਕਪੂਰਥਲੇ ਦੀ ਗੱਲ ਕਰਦੇ ਹਾਂ, ਹੁਸ਼ਿਆਰਪੁਰ ਦੀ ਗੱਲ ਕਰਦੇ ਹਾਂ, ਮਾਲਵਾ ਬੈਲਟ ਦੀ ਗੱਲ ਕਰਦੇ ਹਾਂ, ਜਿੱਥੇ
ਚੌੜੇ ਖੁੱਲੇ ਪਿੰਡ ਆ, ਸੰਗਰੂਰ ਸ਼ਹਿਰ ਕਰ ਲਓ, ਜਿੱਥੇ ਕਿੜੀ ਤੁਰੀ ਜਾਂਦੀ ਵੀ ਤੁਹਾਨੂੰ ਦਿਖ ਜੂਗੀ, ਹੈ ਨਾ। ਬਿਲਕੁਲ ਐਗਜ਼ੈਕਟਲੀ। ਉੱਥੇ ਮਤਲਬ ਉੱਥੇ ਇਹਨਾਂ ਲੋਕਾਂ ਦੀ ਆਪਾਂ ਕਹਿੰਦੇ ਫਿਰ ਤੇ ਗੰਢ ਸੱਟ ਕਿਤੇ ਨਾ ਕਿਤੇ ਹੈਗੀ ਹੋਈ ਆ। ਜੇ ਹੁਣ ਇਦਾਂ ਦੇ ਕੇਸਾਂ ਦੇ ਵਿੱਚ ਅਸੀਂ ਗੰਢ ਸੱਟ ਦੇਖਦੇ ਹਾਂ ਤੇ ਗੰਢ ਤੋਪੇ ਉੱਥੇ ਵੀ ਹੋਏ ਆ। ਬਹੁਤ ਜ਼ਿਆਦਾ ਖਤਰਨਾਕ ਹੈ ਇਹ ਚੀਜ਼। ਭ੍ਰਸ਼ਟ ਲੋਕ ਜਿਹੜੇ ਨੇ, ਕਹਿੰਦੇ ਹੁੰਦੇ ਨਾ ਵੀ ਘਰ ਨੂੰ ਹੋਰ ਕੋਈ ਕਦੀ ਨਹੀਂ ਢਾਉਂਦਾ, ਤੁਹਾਡਾ ਘਰ ਦਾ ਭੇਤੀ ਜਿਹੜਾ ਹੈ ਨਾ ਉਹੀ ਤੁਹਾਡੇ ਘਰ ਨੂੰ ਲੈ ਬਹਿੰਦਾ, ਜਿਹਨੂੰ ਤੁਹਾਡੇ ਰਾਜ਼ ਪਤਾ ਹੁੰਦੇ ਆ। ਹੁਣ ਸਾਡੇ ਨਾਲ ਵੀ ਇਦਾਂ ਹੀ ਹੋਣ ਡਿਆ ਪੰਜਾਬ ਦੇ ਨਾਲ। ਪੰਜਾਬ ਦੀ ਤੁਸੀਂ ਗੱਲ ਕਰ ਲਓ, ਚਾਹੇ ਕੋਈ ਵੀ ਗੱਲ ਕਰ ਲਓ, ਬਹੁਤ ਕਾਰਨ ਕਰ ਲਓ, 84 ਕਰ ਲਓ, ਹੋਰ ਕੋਈ ਮੋਰਚੇ ਦੀ ਗੱਲ ਕਰ ਲਓ। ਜੇ ਕਿਸੇ ਮੋਰਚੇ 'ਚ ਅਸੀਂ ਅਸਫਲ ਹੋਏ ਹਾਂ ਤਾਂ ਇਸ ਕਰਕੇ ਹੋਏ ਹਾਂ ਕਿਉਂਕਿ ਸਾਡੇ ਆਪਦੇ ਲੋਕ ਜਿਹੜੇ ਨੇ ਉਹ ਸਾਨੂੰ ਖਾਣਾ ਸ਼ੁਰੂ ਕਰ ਗਏ, ਸਾਡੇ ਢਾਹ ਲਾ ਦਿੱਤੀ ਉਹਨਾਂ ਨੇ। ਗੱਦਾਰ ਮੌਜੂਦ ਨੇ। ਮੈਂ ਐਪਰੋਪ੍ਰੀਏਟ ਸ਼ਬਦ ਦਾ ਇਸਤੇਮਾਲ ਕਰਾਂਗਾ। ਦੇਸ਼ ਗੁਲਾਮ ਹੋਇਆ ਗੱਦਾਰਾਂ ਕਰਕੇ। ਕਾਫੀ ਦੇਰ ਤੱਕ ਆਜ਼ਾਦ ਨਹੀਂ ਹੋਇਆ ਕਿਉਂਕਿ ਉਹ ਜਿਹੜੇ ਵਿੱਚ ਮਿਲੇ ਹੋਏ ਸੀ ਲੋਕ, ਉਹ ਕ੍ਰਾਂਤੀਕਾਰੀਆਂ ਦੇ ਸਾਰੇ ਮਨਸੂਬੇ ਦੱਸ ਦਿੰਦੇ ਸੀ ਅੰਗਰੇਜ਼ਾਂ ਨੂੰ। ਗੱਦਾਰਾਂ ਕਰਕੇ ਇੰਨਾ ਟਾਈਮ ਲੱਗ ਗਿਆ। ਅੱਜ ਦੁਸਹਿਰਾ ਤੁਸੀਂ ਗੱਲ ਕੀਤੀ ਭੇਤੀ, ਵਾਕਈ ਘਰ ਕਾ ਭੇਤੀ ਲੰਕਾ ਢਾਏ, ਇੱਕ ਮੁਹਾਵਰਾ ਅਸੀਂ ਹਮੇਸ਼ਾ ਸੁਣਦੇ ਰਹਿੰਦੇ ਹਾਂ। ਵਿਭੀਸ਼ਣ ਮੌਜੂਦ ਸੀ, ਰਾਵਣ ਦਾ ਭਰਾ, ਜਿਹਨੇ ਸਾਰੇ ਸੀਕ੍ਰੇਟ ਸਾਰੇ ਰਹੱਸ ਦੱਸ ਦਿੱਤੇ ਰਾਮ ਨੂੰ, ਔਰ ਰਾਵਣ ਦੀ ਬਰਬਾਦੀ ਦਾ ਕਾਰਨ ਬਣਿਆ। ਸੋ ਹਰ ਥਾਂ 'ਤੇ ਇਹ ਚੀਜ਼ਾਂ ਮੌਜੂਦ ਹੁੰਦੀਆਂ ਨੇ। ਜੇ ਇਹ ਗੱਦਾਰ ਨਾ ਹੋਣ ਸਾਡੇ ਦੇਸ਼ ਦੇ ਅੰਦਰ ਤਾਂ ਸਾਡਾ ਦੇਸ਼ ਬਿਲਕੁਲ ਸੋਨੇ ਦੀ ਚਿੜੀ ਹੈ। ਇਹ ਗੱਦਾਰਾਂ ਕਰਕੇ ਹੀ ਕਈ ਵਿਦੇਸ਼ੀ ਮੁਲਕ ਸਾਡੇ ਉੱਤੇ ਅੱਖ ਰੱਖਣ ਦੀ ਜ਼ਰੂਰਤ ਕਰਦੇ ਨੇ ਕਿਉਂਕਿ ਸਾਡੇ ਅੰਦਰ ਆਪਣੀਆਂ ਕਮੀਆਂ ਨੇ। ਸੋ ਅਸੀਂ ਗੈਂਗਸਟਰਸ ਦੀ ਗੱਲ ਨੂੰ ਅੱਗੇ ਵਧਾਵਾਂਗੇ ਕਿ ਹੁਣ ਇੱਕ ਰਿਪੋਰਟ ਆਉਣ ਵਾਲੀ ਹੈ। ਹਰਜੋਤ ਬੈਂਸ ਜੋ ਸਾਡੇ ਜੇਲ੍ਹ ਮੰਤਰੀ ਨੇ, ਉਹਨਾਂ ਨੇ ਕਿਹਾ ਕਿ ਸੰਨ 2019 ਦੇ ਵਿੱਚ ਰੋਪੜ ਸੈਂਟਰਲ ਜੇਲ੍ਹ ਉੱਥੇ ਇੱਕ ਗੈਂਗਸਟਰ ਰੱਖਿਆ ਜਾਂਦਾ, ਮੁਖਤਾਰ ਅੰਸਾਰੀ। ਤੋਂ ਗੈਂਗਸਟਰ ਨੂੰ ਲਿਆਂਦਾ ਗਿਆ ਸੀ ਯੂਪੀ ਤੋਂ ਜੀ, ਤੇ ਉਹਦੇ ਜਿਹੜੇ ਕੇਸ ਦੀ ਪੈਰਵੀ ਕੀਤੀ ਗਈ ਹੈ। 55 ਲੱਖ ਰੁਪਈਆ ਤਕਰੀਬਨ ਉਹ ਸਰਕਾਰੀ ਖਜ਼ਾਨੇ 'ਚੋਂ ਖਰਚ ਕੀਤਾ। ਮਤਲਬ ਤੁਸੀਂ ਦੇਖੋ ਨਾ, ਉਹਨੂੰ ਪੰਜਾਬ ਦੇ ਵਿੱਚ ਰੱਖਣ ਲਈ ਆਪਾਂ ਉਦੋਂ ਵੀ ਕਰਦੇ ਸੀ ਕਿ ਬੜੇ ਉੱਚ ਕੋਟੀ ਦੇ ਵਕੀਲ ਲੈ ਲਏ। ਬਿਲਕੁਲ, ਉਹ ਵਕੀਲ ਜਿਹੜੇ ਆਪਾਂ ਕਹਿੰਦੇ ਹਾਈ ਪ੍ਰੋਫਾਈਲ ਫੈਂਸੀ ਵਕੀਲ ਲਿਆ, ਜਿਨ੍ਹਾਂ ਦੀ ਕਿਤੇ ਸੈਲੀਬ੍ਰਿਟੀ ਵਕੀਲ, ਜਿਨ੍ਹਾਂ ਦੀ ਕੀਮਤ ਹੀ ਆਪਾਂ ਕਹਿ ਲਈਏ ਕਿ ਲੱਖ ਰੁਪਏ ਇੱਕ ਦਿਨ ਦਾ ਉਹ ਲੈਂਦੇ ਆ। ਇੰਨਾ ਪੈਸਾ ਮੈਨੂੰ ਤੁਸੀਂ, ਕਿਉਂਕਿ ਅੱਜ ਮੈਂ ਨਾ ਖਬਰ ਪਹਿਲਾਂ ਸਵੇਰੇ ਜਦੋਂ ਫਲੈਸ਼ ਹੋਈ ਹੈ, ਹਰਜੋਤ ਬੈਂਸ ਹੁਣਾਂ ਦੀ, ਜੇਲ੍ਹ ਮੰਤਰੀ ਰਹਿ ਚੁੱਕੇ ਨੇ, ਉਹ ਕਹਿੰਦੇ ਆ ਵੀ ਕੁਝ ਵੱਡਾ ਧਮਾਕਾ ਕਰਾਂਗੇ ਤੇ ਕਾਂਗਰਸੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਰਿਪੋਰਟ ਸਾਡੇ ਕੋਲੇ ਪੂਰੀ ਆ। ਬਿਲਕੁਲ, ਮੈਂ ਸੋਚਦਾ ਹੁੰਦਾ ਸੀ ਜਦੋਂ ਦਫ਼ਤਰ ਪਹੁੰਚਿਆ, ਮੈਂ ਸੋਚਦਾ ਹੁੰਦਾ ਸੀ ਵੀ ਕਿਹੜੀ ਰਿਪੋਰਟ ਹੋ ਸਕਦੀ ਹੈ। ਫਿਰ ਲੱਗਦਾ ਵੀ ਸੀਗਾ ਵੀ ਮੁਖਤਿਆਰ ਅੰਸਾਰੀ ਜਾਂ ਫਿਰ ਡਰੱਗ ਪੈਡਲਿੰਗ ਨੂੰ ਲੈ ਕੇ ਵੀ ਜੇਲ੍ਹਾਂ 'ਚ ਹੋਣਾ, ਜਿੱਦਾਂ ਅਸੀਂ ਮੈਕਸੀਕੋ ਦੀਆਂ ਜੇਲ੍ਹਾਂ 'ਚ ਸੁਣਦੇ ਹਾਂ ਵੀ ਡਰੱਗ ਪੈਡਲਿੰਗ ਹੁੰਦੀ ਆ, ਸ਼ਾਇਦ ਉੱਦਾਂ ਨਾ ਡਰੱਗ ਪੈਡਲਿੰਗ ਦਾ ਕੋਈ ਕੇਸ ਹੋਵੇ। ਫਿਰ ਹੌਲੀ ਸੰਜੀਵ ਜੀ ਤੁਸੀਂ ਜਦੋਂ ਮੈਨੂੰ ਇਹ ਗੱਲ ਦੱਸੀ ਆ, ਮੈਂ ਹੁਣੇ ਹਲੇ ਸਕਰੋਲ ਕਰਕੇ ਹਟਿਆ ਸੀ ਜਦੋਂ ਆਪਾਂ ਇੱਥੇ ਬੈਠਣਾ ਸੀਗਾ, ਤੇ ਮੈਂ ਉਹ ਦੇਖਿਆ ਵੀ ਤੁਸੀਂ ਹੁਣ ਦੱਸਣ ਦੇ ਵੀ ਉਹ ਖਬਰ ਆ। ਤਾਂ ਦੇਖੋ, ਜਿਹੜੀ ਚੀਜ਼ ਅਸੀਂ ਸੋਚਦੇ ਨਹੀਂ ਸੀਗੇ ਵੀ, ਸਾਨੂੰ ਸਭ ਨੂੰ ਪਤਾ ਸੀ ਵੀ ਮੁਖਤਿਆਰ ਅੰਸਾਰੀ ਸਾਡੇ ਖਰਚੇ ਦੇ ਉੱਤੇ ਰਹਿ ਸੀ, ਪਰ ਐਡਾ ਘਾਣ, ਐਡਾ ਖਰਚਾ, ਮੈਨੂੰ ਤਾਂ ਲੱਗਦਾ ਸੀ ਵੀ ਬੜੇ ਇਹਦੇ ਵਿੱਚ ਫਾਇਦਾ ਕੀ ਹੈ ਪੰਜਾਬ ਸਰਕਾਰ ਨੂੰ, ਇਹ ਨਹੀਂ ਸੀ ਪਤਾ। ਬਿਲਕੁਲ, ਤੇ ਹੁਣ ਜਿਹੜੀ ਉਸ ਟਾਈਮ ਦੀ ਸਰਕਾਰ ਸੀ ਕਾਂਗਰਸ ਸਰਕਾਰ, ਉੱਤੇ ਸ਼ਿਕੰਜਾ ਕੱਸਿਆ ਜਾਏਗਾ। VIP ਟ੍ਰੀਟਮੈਂਟ ਵੀ ਮਿਲਦਾ ਸੀ, ਰਿਹਾਇਸ਼ੀ VIP ਟ੍ਰੀਟਮੈਂਟ ਮਿਲਦਾ ਸੀ, ਮੋਬਾਈਲ ਵੀ ਰੱਖਿਆ ਹੋਇਆ। ਤੁਸੀਂ ਦੇਖੋ ਨਾ ਉਹਦੇ ਲਈ ਬੈਰਕ, ਜਿੱਥੇ ਅਸੀਂ ਕਹਿ ਲਈਏ ਕਿ 125 ਤੇ ਚਲੋ ਅਸੀਂ ਕਹਿ ਨਹੀਂ ਸਕਦੇ, ਹੁਣ 70-80 ਬੰਦੇ ਵੀ ਉੱਥੇ ਉਸ ਬੈਰਕ 'ਚ ਰਹਿ ਰਹੇ ਸੀ। ਉਹ ਇਕੱਲਾ ਉੱਥੇ ਰਹਿੰਦਾ ਸੀ, ਡਬਲ ਬੈੱਡ ਲੱਗਾ ਸੀ, ਫੋਨ ਉਹਦੇ ਕੋਲ ਸੀ, ਕਹਿੰਦੇ ਵੀ ਉਹਦੀ ਘਰ ਵਾਲੀ ਵੀ ਉੱਥੇ ਮਿਲਣ ਆਉਂਦੀ ਸੀ ਤੇ ਉੱਥੇ ਖਿਰਸ਼ਦ ਰਹਿੰਦੀ ਸੀਗੀ। ਜੇ ਇਹ ਵਾਕਈ ਖਬਰਾਂ ਬਹੁਤ ਸਹੀ ਆ ਤੇ ਫਿਰ ਉਹ ਕਹਿੰਦੇ ਹੁੰਦਾ ਨਾ ਵੀ ਉਹ ਮਤਲਬ ਕੀ ਗੰਦਾ ਕਿੱਥੇ ਰਹਿ ਰਹੇ ਆ, ਵੀ ਇਹ ਕਿਹੜਾ ਸਾਡਾ ਹੀ ਮੁਲਕ ਹੈ ਨਾ। ਬਿਲਕੁਲ, ਹਾਲੇ ਤਾਂ ਫਿਲਹਾਲ ਮੈਨੂੰ ਲੱਗਦਾ ਇਹ ਪਰਤ ਛੋਟੀਆਂ ਚੀਜ਼ਾਂ ਹਰ ਇਹ ਤਾਂ ਕਲਟ ਬਣਿਆ ਹੋਇਆ ਆ, ਜਿਹਦੇ ਵਿੱਚ ਬਹੁਤ ਕੁਝ ਜਿਹੜਾ ਆ ਤੁਸੀਂ ਕਹਿ ਲਓ ਕਿ ਉਹ ਤੁਹਾਡੇ ਅੱਖੋਂ ਪਰੋਖੇ, ਅੱਖੋਂ ਖੁੱਲੇ ਆ, ਤੁਹਾਡੇ ਅੱਖਾਂ ਦੇ ਸਾਹਮਣੇ ਆਉਣ ਵਾਲਾ। ਬਿਲਕੁਲ, ਅਸੀਂ ਪਹਿਲਾਂ ਵੀ ਡਿਸਕਸ ਕਰਦੇ ਪਏ ਸੀ, ਮੈਂ ਤੇ ਬਲਕਾਰ ਜੀ ਨੇ ਡਿਸਕਸ ਕੀਤਾ ਸੀ। ਲਖੀਮਪੁਰ ਖੀਰੀ ਹਜੇ ਕੁਝ ਨਹੀਂ ਬਣਿਆ। ਵਾਕਈ ਤੁਸੀਂ ਦੇਖੋ ਬਿਲਕਿਸ ਬਾਨੋ ਕੇਸ, ਬਿਲਕਿਸ ਬਾਨੋ ਦੇਖੋ, ਤੇ ਬੰਦੀ ਸਿੰਘਾਂ ਦਾ ਮਾਮਲਾ ਕਿੱਥੇ ਲਟਕਿਆ ਹੋਇਆ, ਔਰ ਬਾਬਰੀ ਮਸਜਿਦ ਕਾਂਡ ਦਾ ਹੱਲ ਵੀ ਹੋਇਆ। ਤੇ ਮੈਂ ਹੈਰਾਨ ਸੀਗਾ ਜਦੋਂ ਉਹ ਹੱਲ ਹੋਇਆ, ਉਦੋਂ ਉਹ ਰਿਪੋਰਟ ਦੇ ਵਿੱਚ ਲਿਖਿਆ ਜਾਂਦਾ ਬਕਾਇਦਾ ਵੀ ਵੈਸੇ ਤਾਂ ਸਾਨੂੰ ਕੋਈ ਪ੍ਰੂਫ ਨਹੀਂ ਮਿਲਿਆ, ਪਰ ਮੈਜੋਰਿਟੀ ਆਫ ਦੇ ਸੈਂਟੀਮੈਂਟਸ ਜਿਹੜੇ ਨੇ ਉਹ ਹਿੰਦੂਤਵ ਨਾਲ ਜੁੜਦੇ, ਤੇ ਅਸੀਂ ਜਿਹੜਾ ਫੈਸਲਾ ਉਸ ਹੱਕ 'ਚ ਦਿੰਦੇ ਹਾਂ। ਤੁਸੀਂ ਇਹ ਦੇਖੋ, ਬਕਾਇਦਾ ਉਹਦੇ ਰਿਕਾਰਡ 'ਚ ਪੜ੍ਹ ਸਕਦੇ ਹਾਂ। ਤੇ ਤੁਸੀਂ ਹਿਸਾਬ ਲਾ ਲਓ ਅਸੀਂ ਕਿੱਥੇ ਰਹਿ ਰਹੇ ਹਾਂ, ਕਿਉਂ ਰਹਿ ਰਹੇ ਹਾਂ। ਔਰ ਪਤਾ ਨਹੀਂ ਲੱਗਦਾ ਕਿ ਇੱਕ ਦੇਸ਼ ਦੇ ਵਿੱਚ ਵੱਖ-ਵੱਖ ਲੋਕਾਂ ਵਾਸਤੇ ਉਹੀ ਕਾਨੂੰਨ ਵੱਖ-ਵੱਖ ਤਰ੍ਹਾਂ ਨਾਲ ਇੰਪਲੀਮੈਂਟ ਕਿਉਂ ਕੀਤਾ ਜਾਂਦਾ। ਪਹਿਲੀ ਗੱਲ ਦੈਟ ਇਜ਼ ਦ ਰੀਜ਼ਨ। ਲੋਕਤੰਤਰ ਕਿੱਥੇ ਹੈ? ਔਰ ਅਸੀਂ ਕਹਿੰਦੇ ਤਾਂ ਹੈਗੇ ਡੈਮੋਕ੍ਰੇਸੀ ਸਭ ਬਰਾਬਰ ਨੇ ਅਕੋਰਡਿੰਗ ਟੂ ਕਨਸਟੀਟਿਊਸ਼ਨ, ਪਰ ਪ੍ਰੈਕਟੀਕਲੀ ਕਿੱਥੇ ਖੜੇ ਹਾਂ
ਇੱਕ ਔਖਣ ਦੀ ਲੋੜ ਹੈ, ਵਿਚਾਰ ਕਰਨ ਦੀ ਲੋੜ ਹੈ ਕਿ ਐਕਸਰਸਾਈਜ਼ ਕਿੱਦਾਂ ਕੀਤਾ ਜਾਂਦਾ ਹੈ ਲਾਅ ਨੂੰ। ਸੋ ਇਹ ਖਾਸ ਤੌਰ ਤੇ ਸਭ ਨੂੰ ਡਿਸਟਰਬ ਕਰਦਾ ਪਿਆ ਇਸ ਵਕਤ ਜੋ ਹੋ ਰਿਹਾ ਸਾਡੇ ਭਾਰਤ ਦੇ ਵਿੱਚ, ਸਭ ਨੂੰ ਡਿਸਟਰਬ ਕਰਦਾ ਪਿਆ। ਬਲਕਿ ਪੁਰਾਣੇ ਸਮੇਂ 'ਚ ਵੀ ਹੁੰਦਾ ਰਿਹਾ, ਕੋਈ ਨਵੀਂ ਗੱਲ ਨਹੀਂ ਹੈ। ਸਿਆਸੀ ਜਮਾਤ ਸ਼ੁਰੂ ਤੋਂ ਹੀ ਇੱਦਾਂ ਚੱਲਦੀ ਰਹੀ ਹੈ, ਜੋ ਉਹਨਾਂ ਨੂੰ ਸੂਟ ਕਰਦਾ ਹੈ ਉਹ ਉੱਦਾਂ ਹੀ ਕਰਦੇ ਨੇ, ਜੋ ਉਹਨਾਂ ਦੀ ਵਿਚਾਰਤ ਨੂੰ ਸੂਟ ਕਰਦਾ ਹੈ, ਉਹਨਾਂ ਦੇ ਖਾਸ ਲੋਕਾਂ ਨੂੰ ਸੂਟ ਕਰਦਾ ਹੈ, ਉਹਨਾਂ ਦੇ ਕਰੀਬੀ ਲੋਕਾਂ ਨੂੰ ਸੂਟ ਕਰਦਾ ਹੈ, ਉਹ ਉੱਦਾਂ ਹੀ ਕਰਦੇ ਨੇ। ਬਾਕੀ ਸਾਰੀ ਆਵਾਮ ਨੂੰ ਛਿੱਕੇ ਟੰਗਿਆ ਹੁੰਦਾ ਹੈ, ਅਸੀਂ ਸਾਰੇ ਜਾਣਦੇ ਹਾਂ। ਖੈਰ ਅੱਗੇ ਵਧੀਏ। ਕੈਦੀਆਂ ਨੂੰ ਦੁਸਹਿਰੇ ਦੇ ਉੱਤੇ ਖਾਸ ਤੋਹਫਾ ਦਿੱਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਕਿ ਜਿਹੜੇ ਬੰਦੇ ਜੇਲ੍ਹ 'ਚ ਨੇ ਉਹਨਾਂ ਦੀਆਂ ਵਾਈਫਸ ਉਹਨਾਂ ਨੂੰ ਆ ਕੇ ਮਿਲ ਸਕਦੀਆਂ ਨੇ, ਕੁਝ ਸਮਾਂ ਇਕੱਠੇ ਬਿਤਾ ਸਕਦੇ ਨੇ, ਕੋਈ ਮਿਠਾਈ ਖਾਣੀ ਹੋਵੇ ਖਾ ਸਕਦੇ ਨੇ, ਜੋ ਵੀ ਆਰਾਮ ਨਾਲ ਬਹਿ ਕੇ ਗੱਲਬਾਤ ਕਰ ਸਕਦੇ ਨੇ। ਚਲੋ ਚੰਗੀ ਗੱਲ ਹੈ, ਘਰ ਦੀਆਂ ਚੀਜ਼ਾਂ ਲੈ ਕੇ ਆਉਣਗੀਆਂ ਬਣੀਆਂ ਹੋਈਆਂ, ਉਹ ਵੀ ਖਾਣਗੇ, ਨਾਲ ਥੋੜ੍ਹਾ ਦਿਲ ਖੁਸ਼ ਹੋਊਗਾ, ਹੋਰ ਕੀ ਹੈ। ਦੇਖੋ ਵਾਕਈ ਹੁਣ ਅਸੀਂ ਕਹਿੰਦੇ ਆ ਵੀ ਜਿਹੜੇ ਅਸੀਂ ਤਾਂ ਹਮੇਸ਼ਾ ਹੀ ਸੋਚਦੇ ਵੀ ਸੁਧਾਰ ਘਰ ਨੇ ਇਹ, ਜਿੱਥੇ ਅਸੀਂ ਰਹਿੰਦੇ ਆ, ਮਤਲਬ ਉਹ ਸੁਧਾਰ ਘਰ ਆ, ਉਹਨਾਂ ਨੂੰ ਮੇਨ ਸਟਰੀਮ ਦੇ ਵਿੱਚ ਵਾਪਸ ਲੈ ਕੇ ਆਉਣ ਦੀ ਗੱਲ ਕਰਦੇ ਆ। ਕੈਦੀ ਬੜੇ ਸਾਰੇ ਹੁੰਦੇ ਜਿਨ੍ਹਾਂ ਦੇ ਨਵੇਂ ਵਿਆਹ ਹੋਏ ਹੁੰਦੇ ਆ, ਫੈਮਿਲੀ ਪਲੈਨਿੰਗ ਕਰਨੀ ਹੁੰਦੀ ਆ, ਫਿਰ ਜਿਹੜੀ ਉਹਨਾਂ ਦੀ ਉਹ ਕਹਿ ਲਈਏ ਕਿ ਜਿਹੜੀ ਉਹਨਾਂ ਦੀ ਮਿਆਦ ਹੁੰਦੀ ਆ ਸਜ਼ਾ ਦੀ, ਉਹ ਬਹੁਤ ਲੰਮੇਰੀ ਹੁੰਦੀ ਆ। ਉਸ ਚੱਕਰ ਦੇ ਵਿੱਚ ਸੰਜੀਵ ਜੀ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਕੰਸੀਡਰੇਬਲ ਆ। ਅਸੀਂ ਹਿਊਮਨ ਰਾਈਟਸ ਦਾ ਘਾਣ ਅਕਸਰ ਕਹਿੰਦੇ ਹੁੰਦਾ ਇੰਡੀਆ ਦੇ ਵਿੱਚ, ਫਲਾਨੀ ਚੀਜ਼ ਹੋ ਗਈ, ਫਲਾਨੀ ਹੋ ਗਈ। ਜੇ ਤਾਂ ਮੇਨ ਸਟਰੀਮ ਦੇ ਵਿੱਚ ਲਿਆਉਣਾ ਤਾਂ ਇੱਕ ਬਹੁਤ ਸੋਹਣਾ ਕਦਮ ਹੈ ਇਹ। ਮੈਨੂੰ ਲੱਗਦਾ ਕਿ ਵਾਕਈ ਜਦੋਂ ਅਸੀਂ ਕਹਿੰਦੇ ਹਾਂ ਕਿ ਅਗਲਾ ਦਾ ਪਰਿਵਾਰ ਤੇ ਚੱਲਦਾ ਹੈ, ਉਹਨੂੰ ਇੰਨਾ ਹੋਗਾ ਵੀ ਚਲੋ ਸਰਕਾਰ ਮੇਰੇ ਲਈ ਇੰਨਾ ਕੁਝ ਕਰਦੀ ਹੈ ਤੇ ਮੈਂ ਕਿਉਂ ਨਾ ਇੱਕ ਚੰਗਾ ਇਨਸਾਨ ਬਣ ਕੇ ਅੱਗੇ ਉੱਠਾਂ ਔਰ ਚੰਗੇ ਇਨਸਾਨ ਦੀ ਤਰ੍ਹਾਂ ਜਿਹੜਾ ਹੈ ਉਹ ਜ਼ਿੰਦਗੀ ਬਤੀਤ ਕਰਾਂ। ਮੈਨੂੰ ਲੱਗਦਾ ਇਹ ਬਹੁਤ ਚੰਗਾ ਕਦਮ ਹੈ ਔਰ ਹਰਜੋਤ ਬੈਂਸ ਹੁਣੀ ਵਧੀਆ ਕੰਮ ਕਰ ਰਿਹਾ, ਇਹਦੇ ਵਿੱਚ ਕੋਈ ਆਪਾਂ ਸ਼ੱਕ ਦੀ ਗੱਲ ਨਹੀਂ ਕਹਿੰਦੇ। ਔਰ ਮੈਂ ਅੱਗੇ ਵੀ ਇੱਕ ਦਿਨ ਕਿਸੇ ਨਾਲ ਬੈਠਾ ਸੀ ਤੇ ਮੈਂ ਗੱਲ ਕਰਦਾ ਸੀ ਵੀ ਹਰਜੋਤ ਬੈਂਸ ਆਪਾਂ ਕਹਿੰਦੇ ਆ ਕਿ ਯੁਵਾ ਆ, ਸਭ ਤੋਂ ਜ਼ਿਆਦਾ ਐਨਰਜੈਟਿਕ ਹੈ, ਐਂਥੂਆਜ਼ ਹੈ ਜਿਹਨੂੰ ਅਸੀਂ ਕਹਿੰਦੇ ਆ, ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈਗੀ। ਸਹੀ ਗੱਲ ਹੈ। ਇੱਕ ਨਾ ਪੁਰਾਣੇ ਵਕਤਾਂ 'ਚ ਇੱਕ ਫਿਲਮ ਵੀ ਆਈ ਸੀਗੀ, ਆਪਣੇ ਤੋਂ ਬਹੁਤ ਪਹਿਲਾਂ ਦਾ ਸਮਾਂ ਹੈ, ਬਲੈਕ ਐਂਡ ਵਾਈਟ ਇਰਾ ਹੈ ਜੀ, 2 ਆਂਖੇ 12 ਹੱਥ, ਹਿੰਦੀ ਸਿਨੇਮਾ ਦਾ ਇੱਕ ਮੀਲ ਪੱਥਰ ਗਿਣਿਆ ਜਾਂਦਾ ਹੈ। ਉਹਦੇ 'ਚ ਇਹੀ ਮੁੱਦਾ ਚੁੱਕਿਆ ਗਿਆ ਸੀ ਕਿ ਜੇਲ੍ਹ ਵਿੱਚ ਜਿਹੜੇ ਕੈਦੀ ਨੇ ਉਹਨਾਂ ਉੱਤੇ ਇੱਕ ਪ੍ਰਯੋਗ ਕੀਤਾ ਗਿਆ ਕਿ ਉਹਨਾਂ ਦੇ ਅੰਦਰ ਇੱਕ ਇਨਸਾਨੀਅਤ ਮੌਜੂਦ ਹੈ, ਉਹਨਾਂ ਦੇ ਅੰਦਰ ਕੋਈ ਇਨਸਾਨ ਮੌਜੂਦ ਹੈ ਜਿਹਨੂੰ ਛੂਹਣ ਦੀ ਲੋੜ ਹੈ, ਉਹ ਸੈਂਸਿਟੀਵਿਟੀ, ਉਹ ਸੰਵੇਦਨਸ਼ੀਲਤਾ ਮੌਜੂਦ ਹੈ ਜਿਹਨੂੰ ਛੂਹਣ ਦੀ ਲੋੜ ਹੈ। ਉਹਦੇ 'ਚ ਕੀ ਐਕਸਪੈਰੀਮੈਂਟ ਕੀਤਾ ਕਿ ਉਹ 6 ਕੈਦੀ ਚੁਣਦਾ ਹੈ, ਜੇਲਰ, ਉਹ ਇੱਕ ਨਵਾਂ ਯੰਗ ਮੁੰਡਾ, ਜਿਹੜਾ ਤੁਸੀਂ ਹਰਜੋਤ ਬੈਂਸ ਦੀ ਗੱਲ ਕੀਤੀ, ਇੱਕ ਨਵਾਂ ਯੰਗ ਮੁੰਡਾ ਹੈ, 6 ਕੈਦੀ ਚੁਣਦਾ ਹੈ ਔਰ 6 ਦੇ 6 ਹਾਰਡ ਕੋਡ ਕ੍ਰਿਮੀਨਲਸ, 302 ਕਤਲ ਦੇ ਕੇਸ ਦੇ ਵਿੱਚ ਅੰਦਰ, ਉਹ ਤਿੰਨਾਂ ਨੂੰ ਜੇਲ੍ਹ ਤੋਂ ਬਾਹਰ ਲੈ ਕੇ ਜਾਂਦਾ ਹੈ ਇੱਕ ਖਾਸ ਥਾਂ ਦੇ ਉੱਤੇ। ਉਹ ਸਾਰਾ ਕੁਦਰਤੀ ਵਾਤਾਵਰਣ ਹੈ, ਉੱਥੇ ਰੱਖਦਾ ਉਹਨਾਂ ਨੂੰ, ਉੱਥੇ ਕੋਈ ਸਿਕਿਉਰਿਟੀ ਨਹੀਂ, ਔਰ ਉਹਨਾਂ ਨੂੰ ਕਹਿੰਦਾ ਖੇਤੀ ਕਰਦੇ ਹਾਂ ਆਪਾਂ, ਉਹਨਾਂ ਤੋਂ ਖੇਤੀ ਕਰਵਾਉਂਦਾ, ਉਹਨਾਂ ਨੂੰ ਕੁਦਰਤ ਨਾਲ ਜੋੜਦਾ। ਔਰ ਫਿਲਮ ਖਤਮ ਹੁੰਦੇ ਹੁੰਦੇ ਉਹਨਾਂ ਦੇ ਅੰਦਰ ਵਾਕਈ ਇਨਸਾਨੀਅਤ ਜਾਗੀ ਹੁੰਦੀ ਹੈ, ਉਹ ਵਾਕਈ ਬਦਲੇ ਹੁੰਦੇ ਨੇ, ਕੁਦਰਤ ਦੇ ਨੇੜੇ ਲੈ ਕੇ ਜਾਂਦਾ ਉਹਨਾਂ ਨੂੰ। ਔਰ ਇਸ ਚੀਜ਼ ਨੂੰ ਦੇਖ ਕੇ ਜੇਲ੍ਹਾਂ ਦਾ ਨਾਮ ਵੀ ਸੁਧਾਰ ਕਰ ਰੱਖਿਆ ਗਿਆ ਕਿ ਵਾਕਈ ਸੁਧਰ ਜਾਣਗੇ ਲੋਕ ਉੱਥੇ। ਔਰ ਕੋਈ ਚੰਗੀ ਗੱਲ ਨੂੰ ਜਦੋਂ ਆਪਾਂ ਐਪਰੀਸ਼ੀਏਟ ਕਰਦੇ ਹਾਂ, ਉਹ ਵਾਕਈ ਉਹ ਸੁਸਾਇਟੀ ਵਿੱਚ ਹਰ ਥਾਂ 'ਤੇ ਹੋਣੀ ਚਾਹੀਦੀ ਹੈ। ਇਸੇ ਕਰਕੇ ਕਹਿੰਦੇ ਨੇ ਕਿ ਜਿਹੜੇ ਜੇਲਰ ਨੇ ਜਾਂ ਜਿਹੜੇ ਹਾਈ ਅਫੀਸ਼ੀਅਲਸ ਨੇ, ਉਹ ਜੇ ਇਹਨਾਂ ਸਾਰੇ ਕੈਦੀਆਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਸਮਝਣ ਕਿ ਜੇ ਇਹਨਾਂ ਦੇ ਵਿੱਚ ਸੁਧਾਰ ਕਰਨ ਦੀ ਕੋਈ ਵੀ ਗੁੰਜਾਇਸ਼ ਹੈਗੀ ਆ ਤਾਂ ਟਰਾਂਸਫੋਰਮੇਸ਼ਨ ਹੋ ਸਕਦੀ ਆ। ਇੱਕ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਉਹ ਦੁਹਰਾਉਣ ਲੱਗਾ ਕਿ ਐਵਰੀ ਸੇਂਟ ਹੈਜ਼ ਅ ਹਿਸਟਰੀ ਐਂਡ ਐਵਰੀ ਕ੍ਰਿਮੀਨਲ ਹੈਜ਼ ਅ ਫਿਊਚਰ। ਕਿਸੇ ਵਿੱਚ ਵੀ ਬਦਲਾਵ ਹੋ ਸਕਦਾ ਹੈ। ਕੋਈ ਸੰਤ ਹੈ, ਮਹਾਪੁਰਸ਼ ਹੈ, ਹੋ ਸਕਦਾ ਉਹ ਤਾਂ ਇਤਿਹਾਸ ਜਿਹੜਾ ਹੋਵੇ ਕਾਲਾ ਇਤਿਹਾਸ ਹੋਵੇ, ਉੱਥੋਂ ਟਰਾਂਸਫਾਰਮ ਹੋ ਕੇ ਨਿਕਲਿਆ, ਤੇ ਜਿਹੜਾ ਅੱਜ ਕ੍ਰਿਮੀਨਲ ਹੈ ਉਹ ਐਸਾ ਟਰਾਂਸਫਾਰਮ ਹੋਵੇ ਕਿ ਅੱਗੇ ਜਾ ਕੇ ਇੱਕ ਸੇਂਟ ਬਣ ਜਾਵੇ, ਇੱਕ ਸਾਧੂ ਬਣ ਜਾਵੇ। ਵਾਕਈ ਤੁਹਾਡੀ ਗੱਲ ਸਹੀ ਹੈ। ਅਸੀਂ ਬੰਦਾ ਸਿੰਘ ਬਹਾਦਰ ਦੀ ਹਿਸਟਰੀ ਪੜ੍ਹਦੇ ਹੁੰਦੇ ਹਾਂ ਵੀ ਉਹ ਕਿਵੇਂ ਬਦਲਿਆ, ਕਿਵੇਂ ਹਿਰਦੇ ਪਰਿਵਰਤਨ ਹੋਇਆ, ਹਰ ਚੀਜ਼ ਦੇ ਵਿੱਚ। ਵਾਕਈ ਤੁਹਾਡੀ ਇਹ ਬੜੀ ਦਰੁਸਤ ਗੱਲ ਹੈ ਜੀ, ਬਿਲਕੁਲ ਸਹੀ ਗੱਲ ਆ। ਔਰ ਇਸੇ ਚੀਜ਼ ਨੂੰ ਰੱਖਦੇ ਹੋਏ ਹਰਜੋਤ ਬੈਂਸ ਬਹੁਤ ਵਧੀਆ ਐਕਸਪੈਰੀਮੈਂਟ ਹੈ। ਇੱਦਾਂ ਦੇ ਸੋਸ਼ਲ ਐਕਸਪੈਰੀਮੈਂਟ ਹੋਣੇ ਚਾਹੀਦੇ। ਵਾਕਈ ਤੁਸੀਂ ਦੇਖੋ ਨਾ, ਜਦੋਂ ਅਸੀਂ ਕਹਿੰਦੇ ਹਾਂ ਵੀ ਮੇਨ ਸਟਰੀਮ 'ਚ ਲੈ ਕੇ ਜਾਣਾ, ਜੀ, ਮੈਂ ਕਿਸੇ ਸਾਈਕੋਲੋਜਿਸਟ ਦੇ ਨਾਲ ਆਪਾਂ ਨਾ ਜਦੋਂ ਗੱਲ ਕਰਦੇ ਹਾਂ ਤੇ ਉਹ ਕਹਿੰਦਾ ਵੀ ਦੇਖੋ ਹਰ ਨਸ਼ੇ ਕਰਨ ਵਾਲੇ ਨੂੰ ਪਤਾ ਹੁੰਦਾ ਇਹ ਬੁਰੀ ਚੀਜ਼ ਹੈ, ਉਹ ਕਿਤੇ ਨਾ ਕਿਤੇ ਉਹ ਛੱਡਣਾ ਵੀ ਚਾਹੁੰਦਾ ਜਦੋਂ ਉਹ ਕਹਿੰਦਾ। ਪਰ ਕਹਿੰਦੇ ਪਤਾ ਪ੍ਰੋਬਲਮ ਕੀ ਆ, ਸੁਸਾਇਟੀ ਜਿਹੜੀ ਆ ਉਹ ਇੰਨੀ ਐਕਸੈਪਟੇਬਲ ਨਹੀਂ ਕਹਿੰਦੇ ਹੁੰਦੀ। ਮੈਂ ਪੁੱਛਿਆ ਉਹ ਕਿੱਦਾਂ, ਕਹਿੰਦੇ ਵੀ ਪਹਿਲਾਂ ਤੇ ਉਹ ਕਹਿੰਦੇ ਵੀ ਉਹਦਾ ਦਿਮਾਗ ਇੱਦਾਂ ਹੋਇਆ ਹੁੰਦਾ ਵੀ ਬਲੂੰਦਰਿਆ ਜਿਹਾ ਹੋਇਆ ਹੁੰਦਾ ਉਹਦਾ, ਜੇ ਤੁਸੀਂ ਕਹਿ ਲਈਏ ਕਿ ਦਿਮਾਗ ਜਾਂ ਦਿਲ ਬਲੂੰਦਰਿਆ ਜਿਹਾ ਹੁੰਦਾ, ਨਿੱਕੀ ਨਿੱਕੀ ਗੱਲ ਲੱਗ ਜਾਂਦੀ ਉਹਦੇ 'ਤੇ। ਉਹ ਕਹਿੰਦੇ ਵੀ ਕਿਸੇ ਧੱਕੇ ਚੜ੍ਹ ਗਿਆ, ਕਿਸੇ ਲੱਗ ਗਿਆ, ਹੁਣ ਲਾਉਣ ਲੱਗ ਪਿਆ। ਫਿਰ ਜਦੋਂ ਤੁਸੀਂ ਉਹਨੂੰ ਗੱਲ ਤੇ ਕਹੀ ਜਾਓ ਚਿੱਟਾ ਲਾਉਣਾ, ਨਸ਼ੇੜੀਆਂ, ਉਹ ਕਹਿੰਦਾ ਯਾਰ ਕਹਿੰਦੇ ਤਾਂ ਹੁਣ ਸਾਰੇ ਆ ਵੀ ਕਰੀ ਜਾਓ।
ਢੀਠ ਬਣ ਜਾਓ। ਢੀਠ ਬਣ ਜਾਓ। ਫਿਰ ਦੂਸਰੀ ਗੱਲ ਕਹਿੰਦੇ ਵੀ ਸਾਡੀ ਸੁਸਾਇਟੀ ਦੇ ਵਿੱਚ ਤੰਤਰ ਇਦਾਂ ਦੇ, ਕਹਿੰਦੇ ਮੇਰੇ ਕੋਲੇ ਇਹ ਦੱਸਦੇ ਸੀ, ਕਹਿੰਦੇ ਜੀ 21-22 ਸਾਲ ਦੇ ਨੌਜਵਾਨ ਆਉਂਦੇ ਜਿਹੜੇ ਕਹਿੰਦੇ ਅਸੀਂ ਛੱਡਣਾ ਆ, ਅਸੀਂ ਸਾਲ ਕੁ ਹੋ ਗਿਆ ਸਾਨੂੰ ਲੱਗਿਆ ਨਾ ਅਸੀਂ ਛੱਡਣਾ ਆ। ਕਹਿੰਦੇ ਜੀ ਬੜੀ ਵਧੀਆ ਉਹਨਾਂ ਦੀ ਕਾਉਂਸਲਿੰਗ ਹੁੰਦੀ, ਬੜਾ ਵਧੀਆ ਚੱਲਦਾ ਆ, ਪਰ ਜਦੋਂ ਤਲਬ ਲੱਗਦੀ ਆ ਨਾ, ਉਹ ਕਹਿੰਦੇ ਜੀ ਪਿੰਡ ਦੇ ਵਿੱਚ ਵੀ ਜਿਹੜਾ ਡਿਲੀਵਰ ਕਰਤਾ ਨਾ, ਉਹ ਪਿੰਡ ਦੇ ਵਿੱਚ ਵੀ ਉਹਨਾਂ ਦੇ ਘਰ ਤੱਕ ਪਹੁੰਚਾ ਕੇ ਜਾਂਦਾ ਆ, ਹੋਮ ਡਿਲੀਵਰੀ ਇੱਥੋਂ ਤੱਕ ਹੈ। ਤਾਂ ਤੁਸੀਂ ਹਿਸਾਬ ਲਾ ਲਓ ਅਸੀਂ ਕਿਹੜੇ ਮੁਲਕ 'ਚ ਰਹਿੰਦੇ ਹਾਂ। ਆਪਾਂ ਪਹਿਲੇ ਗੱਲ ਕਰਦੇ ਹਾਂ ਵੀ ਉਹ ਚੀਜ਼ਾਂ ਆ, ਇਹ ਕੌਣ ਲੋਕ ਨੇ, ਕਿੱਦਾਂ ਡਿਲੀਵਰੀਜ਼ ਹੁੰਦੀਆਂ, ਕੀ ਹੁੰਦਾ ਆ, ਤੇ ਕਿਵੇਂ ਕਿਸੇ ਦੇ ਘਰ ਪੱਟੇ ਜਾਂਦੇ ਨੇ, ਇਹ ਸਾਡੀਆਂ ਅੱਖਾਂ ਸਾਹਮਣੇ ਆ। ਇਹ ਕਹਿ ਲਓ ਨਾ ਵੀ ਛਲਾਵੇ ਬਣਦੇ ਜਾਂਦੇ, ਸਾਨੂੰ ਲੱਗਦਾ ਯਾਰ ਜਦੋਂ ਤੱਕ ਸਾਡੇ ਨਹੀਂ ਪਹੁੰਚੀ ਸਾਨੂੰ ਕੀ ਕਿਸੇ ਦੇ ਹੋਣ ਡਿਆ, ਕੀ ਹੋ ਹੀ ਜਾਣਦੇ। ਬਿਲਕੁਲ, ਉਹ ਇੱਕ ਬਹੁਤ ਅੱਛਾ ਸਾਈਕੋਲੋਜਿਸਟ ਆ, ਉਹ ਵੀ ਸੋਸ਼ਲ ਸਾਇੰਟਿਸਟ ਆ। ਵਾਟ ਹੀ ਸੇਜ਼ ਕਿ ਜੇ ਤੁਹਾਡੇ ਗੁਆਂਢ 'ਚ ਚੋਰੀ ਹੋ ਗਈ ਜਾਂ ਕੋਈ ਮਾੜੀ ਘਟਨਾ ਵਾਪਰ ਗਈ, ਤੁਸੀਂ ਕਹਿੰਦੇ ਹੋ ਕਿ ਮੈਨੂੰ ਕੀ, ਮੈਂ ਕੀ ਲੈਣਾ ਦੇਣਾ, ਤਾਂ ਬੀ ਸ਼ੋਰ ਅਗਲਾ ਨੰਬਰ ਤੁਹਾਡਾ ਹੋਣ ਵਾਲਾ ਹੈ, ਔਰ ਤੁਹਾਡੇ ਨਾਲ ਵੀ ਕਿਸੇ ਨੇ ਖੜਾ ਨਹੀਂ ਹੋਣਾ, ਫਿਰ ਇਕੱਲੇ ਹੀ ਬਹਿ ਕੇ ਰੋਵੋਗੇ। ਬਹੁਤ ਔਖਾ ਇਸ ਕਰਕੇ ਸੋਸ਼ਲੀ ਅਸੀਂ ਜੁੜ ਕੇ ਰਹੀਏ, ਕਿਉਂਕਿ ਇਨਸਾਨ ਇਕੱਲਾ ਨਹੀਂ ਰਹਿ ਸਕਦਾ। ਇਸੇ ਕਰਕੇ ਸਮਾਜ ਦੀ ਰਚਨਾ ਹੋਈ ਹੈ, ਤੇ ਸਮਾਜ ਦੇ ਵਿੱਚ ਜਦ ਕ੍ਰਾਈਮ ਹੋਣ ਲੱਗ ਪਵੇ ਨਾ, ਉਹ ਮਾੜੀ ਘਟਨਾ ਹੁੰਦੀ ਹੈ। ਇਸ ਕਰਕੇ ਕ੍ਰਾਈਮ ਨੂੰ ਕੰਟਰੋਲ ਕਰਨ ਵਾਸਤੇ ਸਭ ਕੁਝ। ਅੱਛਾ, ਵੈਸੇ ਕ੍ਰਾਈਮ ਦੀ ਗੱਲ ਕੀਤੀ ਜਾਵੇ ਤੇ ਕ੍ਰਾਈਮ ਆਪਾਂ ਅਮਰੀਕਾ ਦੇ ਵਿੱਚ ਵੀ ਬਹੁਤ ਹੁੰਦੇ ਨੇ, ਹਰ ਥਾਂ ਤੇ ਹੈ ਨਾ। ਮਤਲਬ ਆਪਾਂ ਖਬਰ ਪੜ੍ਹਦੇ ਹਾਂ ਕਿੰਨੀ, ਹੁਣ 2 ਦਿਨਾਂ ਤੋਂ ਖਬਰ ਜਿਹੜੀ ਆ ਉਹ ਬੜੀ ਆਪਾਂ ਕਹਿ ਲਈਏ ਕਿ ਬਹੁਤ ਜ਼ਿਆਦਾ ਹੁਣ ਪਕੜ ਬਣਾਉਣੀ ਸ਼ੁਰੂ ਕਰ ਦਿੱਤੀ ਉਹ ਖਬਰ ਨੇ। ਇੱਕ ਪਰਿਵਾਰ ਦੇ ਕਿੰਨੇ ਜੀ, ਉਹਨਾਂ ਦੀ 8 ਮਹੀਨਿਆਂ ਦੀ ਬੱਚੀ ਆ, 4 ਬੰਦੇ ਆਪ ਆ, ਮਤਲਬ ਤੁਸੀਂ ਦੇਖੋ 4 ਦੇ 4 ਮਿਲਣ ਨਹੀਂ ਡੇ ਕਿੱਥੇ ਆ। ਮਰਸਡ ਕਾਊਂਟੀ ਆ, ਲਾਸ ਐਂਜਲਸ ਦੇ ਕੋਲ ਆ, ਔਰ ਪਤਾ ਹੀ ਨਹੀਂ ਲੱਗਦਾ ਵੀ ਕਿਹੜੀ ਕਿਉਂ ਲੈ ਕੇ ਗਏ ਆ। ਹੁਸ਼ਿਆਰਪੁਰ ਦੇ ਕੋਲ ਪਿੰਡ ਆ ਉਹਨਾਂ ਦਾ, ਤੇ ਉਹ ਪਿੰਡ ਦੇ ਵਿੱਚ ਵੀ, ਹੁਣ ਪਿੰਡਾਂ ਦੇ ਵਿੱਚ ਤਾਂ ਅਕਸਰ ਹੁੰਦਾ ਹੀ ਆਪਣੇ ਵੀ ਪੁੱਛਦੇ ਆ ਵੀ ਕਿੱਥੇ ਹੋਇਆ, ਕੀ ਹੋਇਆ। ਹੁਣ ਪਿੰਡ ਦੇ ਉਹਨਾਂ ਦੇ ਵਿੱਚ ਮਾਤਮ ਛਾਇਆ ਹੋਇਆ। ਮੈਂ ਤਾਂ ਕਹਿੰਦਾ ਪੂਰਾ ਉਹ ਹੁਸ਼ਿਆਰਪੁਰ ਵਾਲੀ ਬੈਲਟ ਤੁਸੀਂ ਜਾਓ ਤੇ ਲੋਕੀ ਪੁੱਛਦੇ ਵੀ ਹੋਇਆ ਹੀ ਕਿਉਂ ਆ, ਕਾਰਨ ਕੀ ਆ। ਔਰ ਜਿਹੜੇ ਕਲਪਿਟ ਨੇ ਉਹਨਾਂ ਦਾ ATM ਵੀ ਕਿਤੇ ਕਿਸੇ ਦੂਰ ਜਗ੍ਹਾ ਦੇ ਉੱਤੇ ਯੂਜ਼ ਕੀਤਾ, ਉਹਨਾਂ ਦੀ ਜਿਹੜੀ ਕਾਰ ਆ ਉਹ ਵੀ ਸੜੀ ਹੋਈ ਮਿਲੀ ਹੈ ਜੀ। ਔਰ ਸਮਝ ਨਹੀਂ ਆ ਰਿਹਾ ਵੀ ਇਹ ਐਡਾ ਵੱਡਾ ਸੰਜੀਵ ਜੀ, ਉਹ ਵੀ ਪੰਜਾਬੀ, ਕਿਉਂਕਿ ਉੱਥੇ ਨਾ ਆਪਾਂ ਹੁਣ ਅਮਰੀਕਾ ਦੀ ਗੱਲ ਕਰ ਲੈਂਦੇ, ਉੱਥੇ ਇਨਟੋਲਰੈਂਸ ਬਹੁਤ ਹੈ, ਸਪੈਸ਼ਲੀ ਪੰਜਾਬੀ ਕਮਿਊਨਿਟੀ ਨੂੰ ਲੈ ਕੇ ਤਾਂ ਹੈ। ਔਰ ਬੜੀਆਂ ਸਾਰੀਆਂ ਘਟਨਾ ਅਸੀਂ ਦੇਖੀਆਂ ਸੀ ਕਿ ਫਲਾਣੇ ਬਜ਼ੁਰਗ ਦੇ ਮੁੱਕਾ ਮਾਰਤਾ, ਫਲਾਣਾ ਬਜ਼ੁਰਗ ਇੱਦਾਂ ਚਲਾ ਗਿਆ। ਇਹ ਇਨਟੋਲਰੈਂਸ ਜਿਹੜਾ ਹੈ ਨਾ, ਇਹ ਤੰਗ ਤੇ ਕਰਦਾ ਹੈ। ਐਗਜ਼ੈਕਟਲੀ ਤੰਗ ਕਰਦਾ। ਔਰ ਇਸੇ ਚੀਜ਼ ਨੂੰ ਲੈ ਕੇ ਕਹਿੰਦੇ ਨੇ ਨਾ ਕਿ ਇਹ ਜਿਹੜੀ ਸਕੂਲਾਂ ਦੀ ਤਰਬੀਅਤ ਹੈ, ਸਕੂਲਾਂ ਦੇ ਵਿੱਚ ਐਜੂਕੇਸ਼ਨ ਹੈ, ਪਰਿਵਾਰ ਦੇ ਵਿੱਚ ਐਜੂਕੇਸ਼ਨ ਹੈ, ਇਸ ਲੈਵਲ ਦੀ ਹੋਣੀ ਚਾਹੀਦੀ ਹੈ ਕਿ ਬੰਦੇ ਦਾ ਕਰੈਕਟਰ ਬਿਲਡ ਅਪ ਹੋ ਜਾਏ। ਬੰਦਾ ਫਿਰ ਕ੍ਰਾਈਮ ਵੱਲ ਨਹੀਂ ਸੋਚੇਗਾ, ਅਦਰਵਾਈਜ਼ ਕ੍ਰਾਈਮ ਵੱਲ ਹੀ ਸੋਚੇਗਾ। ਸੋ ਹਰ ਬੰਦਾ ਜੇ ਸੈਲਫ ਡਿਸਿਪਲਿਨ ਵਾਲਾ ਹੋ ਜਾਏ ਨਾ, ਜਿਹਨੂੰ ਆਪਾਂ ਕਹਿੰਦੇ ਆ ਕਿ ਸਵੈ ਦੇ ਉੱਤੇ, ਆਪਣੇ ਉੱਤੇ ਅਨੁਸ਼ਾਸਨ ਰੱਖਣਾ, ਤਾਂ ਜਿਵੇਂ ਸਾਨੂੰ ਸਾਡੇ ਘਰਾਂ ਵਿੱਚ ਸੰਸਕਾਰ ਮਿਲਦੇ ਨੇ ਕਿ ਆਪਣੇ ਆਪ ਤੇ ਮਰਿਆਦਾ ਰੱਖਣਾ, ਤਾਂ ਕ੍ਰਾਈਮ ਬਹੁਤ ਘੱਟ ਸਕਦਾ ਜੇ ਆਪਾਂ ਸਹੀ ਸੋਚ ਨਾਲ ਹੋ ਜਾਈਏ। ਔਰ ਉਸੇ ਚੀਜ਼ 'ਤੇ ਹੀ ਜ਼ੋਰ ਦਿੱਤਾ ਜਾਂਦਾ ਸਾਡੀ ਭਾਰਤ ਦੀ ਸੰਸਕ੍ਰਿਤੀ ਦੇ ਵਿੱਚ, ਜਿਹਨੂੰ ਅਸੀਂ ਕਹਿੰਦੇ ਹਾਂ ਧਾਰਮਿਕ ਸਿੱਖਿਆ। ਉਹ ਸਾਨੂੰ ਜੀਉਣ ਦਾ ਅਕੀਦਾ, ਜੀਉਣ ਦਾ ਸਲੀਕਾ ਹੀ ਸਿਖਾਉਂਦੇ ਨੇ ਕਿ ਸੈਲਫ ਡਿਸਿਪਲਿਨ ਕਿਵੇਂ ਹੋਣਾ, ਆਪਣੇ ਆਪ ਨੂੰ ਅਨੁਸ਼ਾਸਨ ਵਿੱਚ ਕਿਵੇਂ ਰੱਖਣਾ। ਜਿਹੜਾ ਬੰਦਾ ਅਨੁਸ਼ਾਸਨ ਵਿੱਚ ਰੱਖਦਾ ਆਪਣੇ ਆਪ ਨੂੰ, ਆਪਣੀ ਸੋਚ ਨੂੰ, ਤਾਂ ਵਾਕਈ ਮਰਿਆਦਾ ਦੇ ਵਿੱਚ ਹੈ, ਔਰ ਉਸ ਤੋਂ ਬਾਅਦ ਕ੍ਰਾਈਮ ਰੇਟ ਘਟੇਗਾ। ਐਕਚੁਅਲੀ ਇਹ ਮਰਿਆਦਾ ਦਾ ਸਿਸਟਮ ਹੀ, ਇਹ ਕਨਸੈਪਟ ਹੀ ਇਹ ਹੈ ਕਿ ਸੋਸਾਇਟੀ ਵਿੱਚੋਂ ਕ੍ਰਾਈਮ ਰੇਟ ਘਟ ਜਾਏ। ਵਾਕਈ ਵਾਕਈ। ਅੱਛਾ ਸੰਜੀਵ ਜੀ, ਇੱਕ ਗੱਲ ਹੋਰ, ਅੱਜ ਮੈਂ ਨਾ ਇੱਕ ਹੋਰ ਖਬਰ ਪੜ੍ਹਦਾ ਸੀਗਾ। ਅਸੀਂ ਸਾਰੇ ਕਹਿੰਦੇ ਆ ਵੀ ਜੰਮੂ ਕਸ਼ਮੀਰ 'ਚ ਹਾਲਾਤ ਚੰਗੇ ਹੋ ਗਏ ਆ, ਕਹਿੰਦੇ ਜੀ ਅਸੀਂ ਯੂਨੀਅਨ ਟੈਰੀਟਰੀ ਬਣਾ ਦਿੱਤੀ ਆ ਤੇ ਟੂਰਿਸਟ ਅਟਰੈਕਸ਼ਨ ਬਹੁਤ ਹੋਵੇਗਾ। ਹਾਂਜੀ। ਫਿਰ ਬਾਅਦ ਵਿੱਚ ਸਾਨੂੰ ਉਹਦਾ ਵੀ ਪਤਾ ਲੱਗਾ ਵੀ ਟੂਰਿਸਟ ਅਟਰੈਕਸ਼ਨ ਤੇ ਹੋਊਗਾ ਹੀ ਹੋਊਗਾ, ਪਰ ਇਹਦੇ ਨਾਲ ਕਾਰਪੋਰੇਟਸ ਨੂੰ ਬਹੁਤ ਫਾਇਦਾ ਹੋਊਗਾ, ਜਿਹੜੇ ਵੱਡੇ ਕਾਰਪੋਰੇਟਸ ਨੇ। ਯਾਨੀ ਕਿ ਜੇ ਤੁਸੀਂ ਉਹ ਕੇਂਦਰ ਸਰਕਾਰ ਹੋ ਜਾਊਗਾ, ਤਾਂ ਕੇਂਦਰ ਸਰਕਾਰ ਜਿਨ੍ਹਾਂ ਦੇ ਬੰਨੇ ਝੁਕਦੇ ਬੰਨੇ ਵਾਲੇ ਕਾਰਪੋਰੇਟ ਆ, ਉਹ ਆਪਣੇ ਹੋਟਲ ਇੰਡਸਟਰੀ, ਹੋਟਲੀਅਰ, ਹੋਰ ਟੂਰਿਸਟ ਇੰਡਸਟਰੀ ਜਾਂ ਹੋਰ ਹਸਪਿਟੈਲਿਟੀ ਜਿਹੜੀ ਆ ਉਹ ਉੱਥੇ ਲਾਉਣਗੇ। ਅੱਜ ਤੁਹਾਨੂੰ ਪਤਾ ਹੋਵੇਗਾ ਕਿ ਉੱਥੇ ਦੀ ਇੱਕ ਜਿਹੜੀ ਬੜੀ ਮਹਿਬੂਬਾ ਮੁਫਤੀ ਨੇ, PDP ਜਿਹੜੇ ਨੇ ਰਹਿ ਚੁੱਕੇ ਨੇ ਨਾ, ਪ੍ਰਧਾਨ ਵੀ ਨੇ ਹਲੇ ਵੀ, ਉਹ ਕਹਿੰਦੇ ਮੈਂ ਤਾਂ ਆਪਣੇ ਘਰੇ ਨਜ਼ਰਬੰਦ ਹਾਂ। ਕਹਿੰਦੇ ਗ੍ਰਹਿ ਮੰਤਰੀ ਕਿਹਨੂੰ ਕਹੀ ਜਾਂਦੇ ਵੀ ਹਾਲਾਤ ਜਿਹੜੇ ਨੇ ਉੱਥੇ ਬਹੁਤ ਸੁਧਰ ਗਏ ਨੇ। ਕਹਿੰਦੇ ਵੀ ਬਦ ਤੋਂ ਬੱਤਰ ਹਾਲਾਤ ਨੇ। ਲੀਡਰ ਕਹਿੰਦੇ ਤੁਸੀਂ ਘਰਾਂ 'ਚ ਡੱਕੇ ਹੋਏ ਆ, ਤੇ ਸਾਨੂੰ ਤੁਸੀਂ ਲੋਕਾਂ ਨੂੰ ਕਹਿਣ ਦੇ ਆ ਵੀ ਹਾਲਾਤ ਚੰਗੇ ਹੋ ਗਏ। ਕਿੱਥੋਂ ਦੇ ਹਾਲਾਤ ਚੰਗੇ ਹੋ ਗਏ? ਯੈਸ, ਅਸੀਂ ਬਾਹਰ ਨਿਕਲਾਂਗੇ, ਅਸੀਂ ਆਪਣੀ ਆਵਾਮ ਨੂੰ ਦੱਸਾਂਗੇ, ਸੰਬੋਧਨ ਕਰਾਂਗੇ, ਫਿਰ ਤਾਂ ਤੁਸੀਂ ਦੱਸਿਓ ਹਾਲਾਤ ਚੰਗੇ ਆ ਕਿ ਨਹੀਂ। ਐਗਜ਼ੈਕਟਲੀ। ਔਰ ਨੈਚੁਰਲੀ ਇੱਕ ਤਰ੍ਹਾਂ ਦੀ ਇਹ ਵੀ ਗੱਲ ਹੈ ਕਿ ਸਾਡੇ ਜਿਹੜੇ ਸਾਰੇ ਸਿਪਾਹੀ ਨੇ ਨਾ, ਸਿਪਾਹੀ ਮਤਲਬ ਜਿਹੜੀ ਉਹਨਾਂ ਪੋਲੀਟੀਕਲ ਪਾਰਟੀਜ਼ ਦੇ ਕਾਰਕੁਨ ਨੇ, ਉਹ ਉਹਨਾਂ ਦੇ ਸਿਪਾਹੀ, ਮਹਿਬੂਬਾ ਜੀ ਦੀ ਜਿਹੜੀ ਪਾਰਟੀ, ਉਹਨਾਂ ਦੇ ਜਿਹੜੇ ਕਾਰਕੁਨ ਨੇ, ਉਹਨਾਂ ਦੇ ਸਿਪਾਹੀ, ਉਹ ਹਜੇ ਤੱਕ ਤਾਂ ਕਿਉਂਕਿ ਲੀਡਰ ਅੰਦਰ ਹੈ ਤੇ ਹਜੇ ਤੱਕ ਕੋਈ ਆਰਡਰਸ ਨਹੀਂ ਮਿਲੇ, ਹਜੇ ਤੱਕ ਕੋਈ ਵਿਚਾਰ ਵਟਾਂਦਰਾ ਨਹੀਂ ਹੋਇਆ। ਇਸ ਕਰਕੇ ਲੱਗਦਾ ਜਦੋਂ ਬਾਹਰ ਆਣਗੇ, ਵਿਚਾਰ ਵਟਾਂਦਰਾ ਹੋਏਗਾ, ਗੱਲਬਾਤ ਹੋਏਗੀ,
ਹੋ ਸਕਦਾ ਹੈ ਕੋਈ ਨਾ ਕੋਈ ਗੱਲ, ਫਿਰ ਕੋਈ ਨਾ ਕੋਈ ਸ਼ਗੂਫਾ ਛੱਡਿਆ ਜਾਵੇ, ਫਿਰ ਤੋਂ ਹਾਲਾਤ ਨਹੀਂ ਸ਼ਗੂਫਾ ਤਾਂ ਨਹੀਂ। ਦੇਖੋ ਜੋ ਹੋਇਆ, ਆਪਾਂ ਕਹਿੰਦੇ ਜਿਹੜੀ ਐਬਰੋਗੇਸ਼ਨ ਹੋਈ ਆ ਉਹ ਹੋਈ ਗਲਤ ਤਰੀਕੇ ਦੇ ਨਾਲ ਆ। ਇਸ ਤਰੀਕੇ ਦੇ ਨਾਲ ਬਿਲਕੁਲ ਐਬਰੋਗੇਸ਼ਨ ਨਹੀਂ ਹੋਣੀ ਚਾਹੀਦੀ 370 ਦੀ। ਦੇਖੋ ਹੋਣੀ ਤਾਂ ਨਹੀਂ ਚਾਹੀਦੀ, ਪਰ ਹੋਈ ਹੈ, ਚੱਲ ਰਿਹਾ ਹੈ। ਗੱਲ ਇਹ ਹੈ ਕਿ ਤੁਸੀਂ, ਇੱਕ ਤਾਂ ਹੁੰਦਾ ਨਾ ਕਿ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ, ਇਨਸਾਨ ਦੇ ਅੰਦਰ ਬਦਲਾਅ ਲਿਆਉਂਦੇ ਹੋ, ਉਹ ਬਦਲਦਾ ਹੈ। ਇੱਕ ਹੁੰਦਾ ਕਿ ਉਹਨੂੰ ਸਪਰੈਸ ਕਰ ਦਿੰਦੇ ਹੋ, ਬਦਲਾਅ ਨਹੀਂ ਆਇਆ, ਦਬਾ ਦਿੱਤਾ ਗਿਆ, ਇੱਕ ਦਿਨ ਉਹ ਵੋਲਕੈਨੋ ਬਣ ਕੇ ਫੁੱਟੇਗਾ। ਔਰ ਫਿਰ ਜੋ ਉਸ ਵਕਤ ਦੀ ਪੀੜ੍ਹੀ ਹੋਏਗੀ, ਉਸ ਵਕਤ ਸਾਰੀ ਜਨਰੇਸ਼ਨ ਹੋਏਗੀ, ਮਾਹੌਲ ਹੋਏਗਾ, ਸੂਬਾ ਹੋਏਗਾ, ਸੁਸਾਇਟੀ ਹੋਏਗੀ, ਉਹਦੇ ਵਾਸਤੇ ਉਹ ਬਿਲਕੁਲ ਤੇਜ਼ਾਬ ਬਣ ਕੇ ਆਏਗਾ। ਇਸ ਕਰਕੇ ਕੋਈ ਵੀ ਚੀਜ਼ ਹੈ, ਚਾਹੇ ਉਹ ਮਹਿਬੂਬਾ ਜੀ ਅੰਦਰ ਨਜ਼ਰਬੰਦ ਨੇ ਜਾਂ ਹੋਰ ਵੀ ਲੀਡਰ ਸਾਹਿਬਾਨ ਅੰਦਰ ਬੰਦ ਨੇ, ਉਹਨਾਂ ਨਾਲ ਗੱਲਬਾਤ ਕਰੋ, ਵਿਚਾਰ ਵਟਾਂਦਰਾ ਕਰੋ। ਜਿਵੇਂ ਗੁਰੂ ਨਾਨਕ ਸਾਹਿਬ ਸਮਝਾਉਂਦੇ ਨੇ, ਸੰਵਾਦ ਰਚੋ, ਉਹਨਾਂ ਦੇ ਵਿਚਾਰ ਬਦਲੋ, ਟਰਾਂਸਫਾਰਮ ਕਰੋ, ਉਹਨਾਂ ਨੂੰ ਆਪਣੇ ਕੌਨਫੀਡੈਂਸ ਲਗੋ ਵੀ ਗੱਲ ਕੀ ਹੈਗੀ ਹੈ। ਦੇਖੋ ਕੌਨਫੀਡੈਂਸ ਜੋ ਉੱਥੇ ਲਿਆ ਜਾ ਸਕਦਾ ਜਿੱਥੇ ਤੁਸੀਂ ਠੀਕ ਹੋਵੋ। ਮੇਜਰ ਪੁਆਇੰਟ ਤਾਂ ਆਹੀ ਹੈ ਕਿ ਤੁਸੀਂ ਆਪ ਠੀਕ ਨਹੀਂ ਹੋ। ਉੱਥੇ ਦੇ ਆਵਾਮ ਨੂੰ, ਉਹਨਾਂ ਦੇ ਲੀਡਰਸ ਨੂੰ ਪਤਾ ਹੈ ਕਿ ਇਹ ਸਾਡੇ ਨਾਲ ਠੀਕ ਨਹੀਂ ਹੋ ਰਿਹਾ। ਬਿਲਕੁਲ ਸਹੀ ਹੈ। ਤਾਂ ਜਦੋਂ ਠੀਕ ਨਹੀਂ ਹੋ ਰਿਹਾ, ਜਦੋਂ ਤੁਸੀਂ ਠੀਕ ਨਹੀਂ ਹੋਣੇ, ਫਿਰ ਤੁਸੀਂ ਕਿਵੇਂ ਕਨਵਿੰਸ ਕਰ ਸਕਦੇ ਹੋ? ਹਾਲਾਂਕਿ ਤੁਸੀਂ ਕਨਵਿੰਸ ਕਰਨ ਦੇ ਲਈ ਮਸ਼ੀਨਰੀ ਲਾਈ ਹੋਈ ਆ। ਮੈਨੂੰ ਲੱਗਦਾ ਜਿਹੜੀ ਆ ਨਜ਼ਰਬੰਦ ਲੀਡਰ ਹੈ, ਕਨਵਿੰਸਿੰਗ ਦੇ ਲਈ ਲਾਏ ਹੋਏ ਨੇ ਉੱਥੇ ਵੀ ਸਾਡਾ ਹੀ ਇੱਦਾਂ ਸਪਰੈਸ ਕੀਤਾ ਹੋਇਆ। ਕਨਵਿੰਸਿੰਗ ਵਾਸਤੇ ਉਹ ਚੀਜ਼ ਨਹੀਂ ਹੋ ਰਹੀ ਜੋ ਹੋਣੀ ਚਾਹੀਦੀ ਹੈ। ਆਮ ਲੋਕਾਂ ਨੂੰ ਕਨਵਿੰਸ ਕਰ ਕਾਉਂਸਲਿੰਗ। ਗੱਲ ਇਹ ਹੈ ਕਿ ਆਮ ਲੋਕ ਵੀ ਉੱਥੇ, ਖਾਸ ਤੌਰ ਤੇ ਤਬਕਾ, ਆਪਣੇ ਆਪ ਨੂੰ ਭਾਰਤ ਦਾ ਹਿੱਸਾ ਕਿਉਂ ਨਹੀਂ ਮੰਨਦੇ? ਆਪਣੇ ਆਪ ਨੂੰ ਭਾਰਤ ਤੋਂ ਅਲੱਗ ਕਿਉਂ ਰੱਖਣਾ ਚਾਹੁੰਦੇ ਨੇ? ਅਲੱਗਾ ਕਿਉਂ ਮੰਨਦੇ ਨੇ? ਆਪਾਂ ਉਹੀ ਗੱਲ ਕਰਦੇ ਹਾਂ ਵੀ ਰੋਗ ਨੂੰ ਖਤਮ ਕਰਨ ਦੀ ਗੱਲ ਨਹੀਂ ਕਰ ਰਹੇ, ਮਤਲਬ ਰੋਗ ਦੀ ਜੜ ਨੂੰ ਖਤਮ ਨਹੀਂ ਕਰ ਰਹੇ। ਜਿਹੜੇ ਉਹਦੇ ਆਪਣੇ ਕੋਲ ਰਿਪਰਕਸ਼ਨਸ ਹੋ ਰਹੇ, ਉਹਨਾਂ ਦਾ ਇਲਾਜ ਕਰੀ ਜਾ ਰਹੇ। ਯੈਸ, ਆਪਾਂ ਕੱਲ ਵੀ ਜਿਵੇਂ ਗੱਲ ਕਰਦੇ ਪਏ ਸੀ ਕਿ ਹਸਪੀਟਲ ਖੋਲ ਰਹੇ ਨੇ, ਹੈਲਥ ਸੈਂਟਰ ਨਹੀਂ ਖੋਲ ਰਹੇ। ਹਾਂ, ਹੈਲਥ ਵੀ ਬੰਦਾ ਬਿਮਾਰ ਹੀ ਕਿਉਂ ਪਵੇ? ਇਹ ਪ੍ਰੋਪਰ ਡਾਇਗਨੋਸ ਨਹੀਂ ਹੋਇਆ, ਵੀ ਪਤਾ ਹੀ ਨਹੀਂ ਹੈਗਾ ਵੀ ਕਿੱਥੋਂ ਕਿਉਂ ਗੱਲ ਇਹ ਹੋਣ ਡਈ ਆ। ਬਿਲਕੁਲ ਐਗਜ਼ੈਕਟਲੀ। ਔਰ ਇਹਦੇ ਕਰਕੇ ਨਤੀਜੇ ਇਹ ਆ ਰਹੇ ਨੇ ਕਿ ਟਕਰਾਓ, ਵਿਰੋਧ, ਜਦ ਕਿ ਹੋਣਾ ਨਹੀਂ ਚਾਹੀਦਾ ਹਮੇਸ਼ਾ, ਕਿਉਂਕਿ ਸਾਡਾ ਹੀ ਹੈ, ਕਸ਼ਮੀਰ ਸਾਡਾ ਹੀ ਹੈ, ਜੰਮੂ ਸਾਡਾ ਹੀ ਹੈ, ਔਰ ਉੱਥੋਂ ਦੇ ਲੋਕਾਂ ਦੇ ਅੰਦਰ ਇਹ ਭਾਵਨਾ ਹੋਣੀ ਚਾਹੀਦੀ ਹੈ ਕਿ ਦੇਸ਼ ਸਾਡਾ ਹੀ ਹੈ, ਵੱਖਰਾ ਨਹੀਂ ਹੈ, ਅਸੀਂ ਅਲੱਗ ਨਹੀਂ ਹੋਣਾ, ਅਸੀਂ ਇਕੱਠੇ ਹੀ ਹਾਂ। ਸੋ ਇਹ ਕਾਫੀ ਲੰਬੀ ਜੋ ਹੈ ਚਰਚਾ ਹੈ ਇੱਥੇ ਹੁਣ ਕਿੰਨਾ, ਕਿਉਂਕਿ ਮੈਟਰ ਤੇ UN ਤੱਕ ਪਹੁੰਚਿਆ ਹੋਇਆ ਹੈ ਨਾ। ਮਤਲਬ ਤੁਸੀਂ ਦੇਖਿਆ ਸੀ ਵੀ ਇੰਗਲੈਂਡ ਤੋਂ ਵੀ ਸਾਡੇ ਇੱਥੇ ਆਉਂਦੇ ਆ, ਉਹ ਜਾ ਕੇ ਜਦੋਂ ਆਪਣੀ ਰਿਪੋਰਟ ਦੱਸਦੇ ਆ ਤੇ ਉਹ ਕਹਿੰਦੇ ਜੀ ਆਹ ਤਾਂ ਰਿਪੋਰਟ ਹੀ ਹੈ ਨਹੀਂ ਗੀ, ਇਹ ਰਿਪੋਰਟ ਇੰਡੀਆ ਦੇ ਵਿੱਚ ਲੱਗ ਹੀ ਨਹੀਂ ਸਕਦੀ। ਐਡਵਾਈਜ਼ਰੀ ਜਾਰੀ ਕੀਤੀ ਜਾਂਦੀ ਹੈ ਕਿ ਜਦੋਂ ਵੀ ਤੁਸੀਂ ਫੋਰਨ ਵਾਲੇ ਜਿਹੜੇ ਇੰਡੀਆ 'ਚ ਆਉਂਦੇ ਹੋ ਟੂਰਿਜ਼ਮ ਦੇ ਉੱਤੇ, ਤਾਂ ਜੰਮੂ ਕਸ਼ਮੀਰ ਦੇ ਇਹਨਾਂ ਇਲਾਕਿਆਂ ਤੋਂ ਦੂਰ ਰਹੋ, ਬਾਰਡਰ ਤੋਂ ਦੂਰ ਰਹੋ। ਐਡਵਾਈਜ਼ਰੀ ਜਾਰੀ ਕੀਤੀ ਜਾਂਦੀ ਹੈ। ਸਾਡੇ ਵਾਸਤੇ ਵੀ ਸ਼ਰਮ ਦੀ ਗੱਲ ਹੈ ਕਿ ਸਾਡੇ ਸਾਰੇ ਇਲਾਕੇ ਨੇ ਸੇਫ ਕਿਉਂ ਨਹੀਂ ਹੈਗੇ, ਕਿਉਂ ਉਹਨਾਂ ਦੇ ਮਨ 'ਚ ਇੱਦਾਂ ਦੀ ਗੱਲ ਹੈ ਕਿ ਸੇਫਟੀ ਨਹੀਂ, ਇਸ ਕਰਕੇ ਸਾਡੇ ਸਿਟੀਜ਼ਨਸ ਉੱਥੋਂ ਦੂਰ ਰਹੇ। ਬਹੁਤ ਵੱਡੀ ਡਿਬੇਟ ਦੀ ਗੱਲ ਹੋ ਜਾਂਦੀ ਹੈ। ਸੋ ਆਪਾਂ ਅੱਗੇ ਵਧਦੇ ਹਾਂ ਕਿ ਅਨਾਜ ਮੰਡੀਆਂ ਦੇ ਵਿੱਚ ਝੋਨਾ ਆ ਚੁੱਕਾ ਤੇ ਸਰਕਾਰ ਕਹਿੰਦੀ ਹੈ ਕਿ ਅਸੀਂ ਇੱਕ ਇੱਕ ਦਾਣਾ ਖਰੀਦਾਂਗੇ, ਨੋ ਵੇਸਟੇਜ ਐਟ ਆਲ। ਕਿਸਾਨਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ, ਕਿਸਾਨੀ ਨੂੰ ਵੀ ਅੱਗੇ ਚੁੱਕਿਆ ਜਾਏਗਾ। ਕਿਸਾਨੀ ਵਾਸਤੇ ਵੀ ਅਸੀਂ ਬਹੁਤ ਹੀਲੇ ਕਰਦੇ ਪਏ ਹਾਂ, ਜ਼ਿਆਦਾ ਇਨਵੈਸਟਮੈਂਟ ਬਜਟ ਦੇ ਵਿੱਚ ਰੱਖੀ ਗਈ ਹੈ, ਸਿੱਖਿਆ ਵਾਸਤੇ ਵੀ ਤੇ ਕਿਸਾਨੀ ਵਾਸਤੇ ਵੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਕਿਸਾਨੀ ਜਿਹੜੀ ਆ ਉਹ ਸਾਡੀ, ਆਪਾਂ ਕਹਿੰਦੇ ਆ ਰੀੜ੍ਹ ਦੀ ਹੱਡੀ ਆ। ਬਿਲਕੁਲ। ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਕਿਸਾਨੀ ਇਕੱਲਾ ਧੰਦਾ ਨਹੀਂ ਹੈਗਾ, ਕਿਸਾਨੀ ਜੀਵਨ ਜਾਂਚ ਆ ਪੰਜਾਬ ਦੇ ਲਈ। ਸੋ ਪੰਜਾਬੀਆਂ ਨੂੰ ਬਚਾਉਣਾ ਤੇ ਪੰਜਾਬ ਦੀ ਜੀਵਨ ਜਾਂਚ ਨੂੰ ਬਚਾਉਣਾ, ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਕਿਸਾਨ ਪੰਜਾਬ ਦਾ ਬਚਾਇਆ ਜਾ ਸਕੇ। 1 ਅਕਤੂਬਰ ਤੋਂ ਸਰਕਾਰੀ ਜਿਹੜੀ ਖਰੀਦ ਸ਼ੁਰੂ ਹੋ ਗਈ ਸੀ, ਮੰਡੀਆਂ ਵੀ ਸ਼ੁਰੂ ਹੋ ਗਈਆਂ ਸੀਗੀਆਂ। ਜੀ ਜੀ। ਔਰ ਪਿਛਲੀ ਵਾਰੀ ਵੀ ਇੱਦਾਂ ਹੀ ਹੋਇਆ। ਆਪਾਂ ਦੇਖਿਆ ਸੀਗਾ ਜਦੋਂ ਇਹਨਾਂ ਦਾ ਸੀਜ਼ਨ ਸੀਗਾ, ਆਪਣੇ ਹਾੜੀ ਦਾ ਸੀਜ਼ਨ ਆ, ਜਦੋਂ ਕਣਕ ਚੱਕੀ ਆ, ਤੇ ਕਣਕ ਵੀ ਇਹਨਾਂ ਨੇ ਨਾਲੋਂ ਨਾਲ ਚੱਕ ਲਈ। ਇਹਦੇ ਵਿੱਚ ਕੋਈ ਆਪਾਂ ਕਹਿੰਦੇ ਆ ਵੀ ਵੱਡੀ ਗੱਲ ਨਹੀਂ ਹੈਗੀ, ਵਧੀਆ ਕੀਤਾ ਸੀਗਾ। ਹੁਣ ਝੋਨੇ ਦਾ ਸੀਜ਼ਨ ਹੈ। ਝੋਨਾ ਜਿਹੜਾ ਆ ਉਹ 'ਚ ਜਿਹੜੀ ਹਿਊਮਿਡਿਟੀ ਜਿਹਨੂੰ ਅਸੀਂ ਕਹਿੰਦੇ ਆ ਨਾ, ਮੋਇਸਚਰਾਈਜ਼ਰ ਜਿਹਨੂੰ ਅਸੀਂ ਕਹਿੰਦੇ ਆ, ਉਹ ਮੋਇਸਚਰਾਈਜ਼ਰ ਜ਼ਿਆਦਾ ਮਿਲ ਰਿਹਾ ਕਿਉਂਕਿ ਪਿੱਛੇ ਜੇ ਮੌਸਮ ਖਰਾਬ ਰਿਹਾ। ਹੁਣ ਚੰਦ ਕੁ ਦਿਨਾਂ 'ਚ ਮੌਸਮ ਖੁੱਲ੍ਹ ਗਿਆ, ਹੁਣ ਧੜਾ ਆਈ ਵੀ ਜਾਂਦਾ ਆ, ਪਰ ਚਲੋ ਇਹ ਨਾਲੋਂ ਚੱਕੀ ਜਾਂਦੇ, ਆਪਾਂ ਇਹ ਨਹੀਂ ਕਹਿੰਦੇ। ਪਰ ਦੂਸਰੇ ਬੰਨੇ ਮੂੰਗੀ ਦਾ ਵੀ ਤਾਂ ਧਿਆਨ ਰੱਖਣਾ ਚਾਹੀਦਾ ਨਾ। ਇਹਨਾਂ ਦੇ ਇੱਕ ਮੰਤਰੀ ਦਾ ਬਿਆਨ ਆਇਆ, ਕਹਿੰਦੇ ਜੀ ਵੀ ਮੂੰਗੀ ਦਾ ਜਿਹੜਾ ਮੁਆਵਜ਼ਾ ਆ ਉਹ ਲੋਕਾਂ ਦੇ ਖਾਤਿਆਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ। ਜੀ ਜੀ। ਜੇ ਆਉਣਾ ਸ਼ੁਰੂ ਹੋ ਗਿਆ, ਤੁਰ ਕੇ ਆਉਣ ਡਿਆ, 2 ਸਾਲ ਲੱਗਣਗੇ ਉਹਨੂੰ। ਸਹੀ ਗੱਲ ਹੈ। ਗੱਲ ਇਹ ਨਾ ਵੀ ਜਿਹੜਾ ਕਿਸਾਨ ਆ, ਤੁਹਾਨੂੰ ਵੀ ਪਤਾ ਹੈ, ਹੈਂਡ ਟੂ ਮਾਊਥ ਹੈ, ਬੜੇ ਸਾਰੇ ਖਰਚੇ ਹੁੰਦੇ ਆ, ਪੈਸਟੀਸਾਈਡ, ਰਸਾਇਣ, ਬੀ, ਉਹ ਸਾਰੇ ਦਾ ਚੱਕ ਹੀ ਲਿਆਉਂਦਾ ਰਹਿੰਦਾ ਵੀ ਚੱਲ ਕੋਈ ਨਾ, ਜਦੋਂ ਫਸਲ ਪੱਕ ਗਈ, ਵਿੱਚ ਵੱਟ ਲਈ, ਤੁਹਾਨੂੰ ਤੁਹਾਡਾ ਹਿੱਸਾ, ਮੈਨੂੰ ਮੇਰਾ ਹਿੱਸਾ ਮਿਲ ਜਾਊਗਾ। ਇਸੇ ਬੇਪਰਵਾਹ ਹੋਇਆ ਰਹਿੰਦਾ ਉਹ। ਤੇ ਜਦੋਂ ਤੁਹਾਡੀ ਫਸਲ ਮਰ ਜਾਵੇ ਤਾਂ ਮਤਲਬ ਤੁਸੀਂ ਉਹ ਸਾਰੇ ਜਿਹੜੇ ਆ ਆਪਣੇ ਪੱਲਿਓਂ ਦੇਣੇ ਆ, ਤੇ ਕਿੱਥੋਂ ਦੇਣੇ ਆ? ਕੋਈ ਸਾਧਨ ਨਹੀਂ ਹੈਗਾ। ਇਹੀ ਤਾਂ ਹਾਲਾਂਕਿ ਦੁਆਬੇ ਦਾ ਕਿਸਾਨ ਆਪਾਂ ਕਹਿੰਦੇ ਸੰਜੀਵ ਜੀ ਬਚਿਆ ਹੋਇਆ, ਉਹ ਇਸ ਕਰਕੇ ਬਚਿਆ ਹੋਇਆ ਕਿ ਉਹਦੀ ਫਸਲ ਤਬਾਹ ਹੋ ਜਾਵੇ ਨਾ, ਕੈਨੇਡਾ ਵਾਲੇ ਡਾਲਰ ਆ ਜਾਂਦੇ ਆ, ਅਮਰੀਕਾ ਵਾਲੇ ਡਾਲਰ ਆ ਜਾਂਦੇ ਆ।
ਸੋ ਇਸ ਕਰਕੇ ਲੋਕ ਚਾਹੁੰਦੇ ਨੇ ਕਿ ਉਹ ਵੀ ਬਾਹਰ ਚਲੇ ਜਾਣ, ਬਾਹਰ ਜਾ ਕੇ ਆਪਣਾ ਵਧੀਆ ਜੀਵਨ ਜੀਣ ਤੇ ਉਹਨਾਂ ਦੀ ਰੋਜ਼ੀ ਰੋਟੀ ਕਮਾਉਂਦੇ ਰਹਿਣ। ਬਿਲਕੁਲ ਜੀ, ਟਾਈਮ ਗੈਪ ਬਹੁਤ ਮੰਗਦੇ ਨੇ ਨਾ। ਪਰਾਲੀ ਵਾਸਤੇ ਪੋਲਿਊਸ਼ਨ ਕੰਟਰੋਲ ਬੋਰਡ ਕਹਿੰਦਾ ਕਿ 5 ਸਾਲਾਂ ਦੇ ਵਿੱਚ ਅਸੀਂ ਕੰਟਰੋਲ ਕਰ ਲਾਂਗੇ। 5 ਸਾਲ ਇਜ਼ ਅ ਹੈਲ ਆਫ ਟਾਈਮ ਯਾਰ, ਬਹੁਤ ਜ਼ਿਆਦਾ ਨੁਕਸਾਨ ਹੋ ਜਾਏਗਾ ਵਾਤਾਵਰਣ ਦਾ। ਸੋ ਇਸ ਦੇ ਉੱਤੇ ਕਿੱਦਾਂ ਪਕੜ ਬਣਾਈ ਜਾਵੇ, ਕਿਸਾਨੀ ਨੂੰ ਕਿੱਦਾਂ ਖੁਸ਼ਹਾਲ ਕੀਤਾ ਜਾਵੇ, ਇਹ ਖਾਸ ਤੌਰ ਤੇ ਦੇਖਣ ਦੀ ਲੋੜ ਹੈ। ਤੇ ਅੱਜ ਦੁਸ਼ਹਿਰੇ ਦਾ ਦਿਨ ਹੈ, ਜਾਂਦੇ ਜਾਂਦੇ ਨਾ ਇੱਕ ਨਿਊਜ਼ ਮੈਂ ਸ਼ੇਅਰ ਕਰਨੀ ਚਾਹੁੰਦਾ, ਬੜੀ ਇੰਟਰਸਟਿੰਗ, ਬੜੀ ਦਿਲਚਸਪ ਹੈ ਕਿ ਅਸੀਂ ਜਾਣਦੇ ਹਾਂ ਕਿ ਥਾਂ ਥਾਂ ਦੇ ਉੱਤੇ ਰਾਵਣ ਦੇ ਪੁਤਲੇ ਫੂਕੇ ਜਾਂਦੇ ਨੇ ਦੁਸ਼ਹਿਰੇ ਵਾਲੇ ਦਿਨ ਪੂਰੇ ਭਾਰਤ ਦੇ ਵਿੱਚ। ਲੁਧਿਆਣਾ ਦੇ ਵਿੱਚ ਇੱਕ ਸ਼ਹਿਰ ਹੈ ਪਾਇਲ, ਲੁਧਿਆਣੇ ਦੇ ਨੇੜੇ ਤੇੜੇ ਹੀ ਪਾਇਲ, ਹਾਂਜੀ, ਤੁਹਾਨੂੰ ਉੱਥੇ ਕੰਸਟਰਕਸ਼ਨ ਇੰਡਸਟਰੀ ਵੀ ਬਹੁਤ ਲੱਗੀ, ਇੰਡਸਟਰੀ ਬਹੁਤ ਹੈਗੀ ਹੈ। ਉੱਥੇ ਇੱਕ ਪਰਿਵਾਰ ਹੈ ਦੂਬੇ ਪਰਿਵਾਰ, ਤੇ ਉਹ ਇੱਕ ਮੰਦਿਰ ਬਣਾਇਆ ਹੋਇਆ ਉੱਥੇ, ਉਹ ਰਾਵਣ ਦਾ ਮੰਦਿਰ ਹੈ ਔਰ 7 ਪੀੜ੍ਹੀਆਂ ਤੋਂ ਉੱਥੇ ਰਾਵਣ ਦੀ ਪੂਜਾ ਕਰਦੇ ਨੇ ਹਰ ਦੁਸ਼ਹਿਰੇ ਵਾਲੇ ਦਿਨ। ਸੋ ਇਹ ਵੀ ਮੈਂ ਦੇਖ ਰਿਹਾ ਸੀ, ਮੈਨੂੰ ਬੜਾ ਦਿਲਚਸਪ ਲੱਗਿਆ ਕਿ 7 ਪੀੜ੍ਹੀਆਂ ਤੋਂ ਤਕਰੀਬਨ, ਜੇ 7 ਪੀੜ੍ਹੀਆਂ ਵੀ ਗਿਣੀ ਜਾਵੇ 200-300 ਸਾਲ ਤਾਂ ਹੋ ਹੀ ਗਏ ਹੋਣਗੇ ਔਰ ਉਦੋਂ ਤੋਂ ਇਹ ਚੱਲਦਾ ਪਿਆ। ਤੇ ਕਹਿੰਦੇ ਨੇ ਕਿ ਅਸੀਂ ਅੱਗੇ ਵੀ ਚਾਹਾਂਗੇ ਕਿ ਸਾਡਾ ਪਰਿਵਾਰ ਇੱਕ ਕਰਦਾ ਰਹੇ। ਸੋ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਔਰ ਇਹ ਵੀ ਦੇਖਣਾ ਚਾਹੀਦਾ। ਔਰ ਅਸੀਂ ਵੈਸੇ ਵੀ ਜਾਣਦੇ ਹਾਂ ਕਿ ਰਾਵਣ ਬਹੁਤ ਗਿਆਨੀ ਸੀ, ਸਾਡੇ ਬਜ਼ੁਰਗ ਦੱਸਦੇ ਨੇ 4 ਵੇਦ 6 ਪੁਰਾਣ ਪੂਰੀ ਤਰ੍ਹਾਂ ਉਹਨੂੰ ਜ਼ੁਬਾਨੀ ਆਉਂਦੇ ਸੀ, ਮਤਲਬ ਤਾਂ ਹੀ ਉਹਨੂੰ ਕਹਿੰਦੇ ਸੀ 10 ਸਿਰ ਨੇ, ਕਿਉਂਕਿ 10 ਕਿਤਾਬਾਂ 10 ਪਵਿੱਤਰ ਗ੍ਰੰਥ ਉਹਨੂੰ ਜ਼ੁਬਾਨੀ ਆਉਂਦੇ ਸੀ। ਵਾਕਈ ਫਿਲਹਾਲ ਵਾਕਈ ਕਹਿੰਦੇ ਨੇ ਕਿ ਗਿਆਨਵਾਨ ਹੋਣਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ, ਤੇ ਜ਼ਿੰਦਗੀ ਜਿਉਣ ਦਾ ਤਰੀਕਾ ਹੀ ਬਦਲ ਜਾਂਦਾ ਜਦੋਂ ਤੁਸੀਂ ਗਿਆਨਵਾਨ ਹੁੰਦੇ ਹੋ। ਫਿਲਹਾਲ ਮੈਨੂੰ ਤੇ ਸੰਜੀਵ ਜੀ ਨੂੰ ਦਿਓ ਇਜਾਜ਼ਤ, ਦੇਖਦੇ ਰਹੋ ਪੰਜਾਬ ਮੇਰੀ USA TV। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।